ਮੰਦਰ ਛਾਵਾਂ ਤੇਰੇ, ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ। ਗੁਣ ਗਾਵਾਂ ਨਿਤ ਤੇਰੇ, ਉਸਤਤ ਕਰਹਿ ਅਨੇਕ ਜਨ। ਅੰਤ ਨਾ ਪਾਰਵਾਰ, ਨਾਨਕ ਰਚਨਾ ਪ੍ਰਭ ਰਚੀ। ਬਹੁ ਵਿਧ ਅਨਕ ਪ੍ਰਕਾਰ, ਨਾਨਕ ਰਚਨਾ ਪ੍ਰਭ ਰਚੀ। ਬਹੁ ਵਿਧ ਅਨਕ ਪ੍ਰਕਾਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਕਈ ਦਿਨਾਂ ਤੋਂ, ਪਿਛਲੇ 2-3 ਦਿਨਾਂ ਤੋਂ ਵਿਚਾਰ ਕਰ ਰਹੇ ਹਾਂ, ਜਿਹੜੇ ਮਨੁੱਖ ਪਰਮਾਤਮਾ ਦੇ ਨਾਲ ਇੱਕਮਿਕ ਹੋ ਗਏ ਨੇ, ਉਹਨਾਂ ਦੀਆਂ ਨਿਸ਼ਾਨੀਆਂ ਕੀ ਨੇ। ਕਿਉਂਕਿ ਸਾਧ ਸੰਗਤ ਜਿਹਦੇ ਤੇ ਵੀ ਅਸੀਂ ਜਿਹਨੂੰ ਜੋ ਕੁਛ ਵੀ ਕਹਿੰਦੇ ਆ, ਉਹਦੇ ਲੱਛਣ ਵੇਖ ਕੇ ਕਹਿੰਦੇ ਆ। ਕਈ ਵਾਰੀ ਐਸਾ ਹੁੰਦਾ ਹੈ, ਕਿਸੇ ਮਨੁੱਖ ਦੇ ਬੋਲ ਬੜੇ ਪਿਆਰੇ ਹੁੰਦੇ ਨੇ, ਬੜੇ ਕੋਮਲ ਹੁੰਦੇ ਨੇ, ਅਸੀਂ ਕਹਿੰਦੇ ਤੇਰੇ ਤੇ ਬੋਲ ਹੀ ਫੁੱਲ ਵਰਗੇ ਨੇ। ਹੁਣ ਬੋਲ ਤੇ ਫੁੱਲ ਨਹੀਂ ਹੁੰਦੇ, ਸਿਰਫ ਉਹਦੇ ਬੋਲਾਂ ਨੂੰ ਵੇਖ ਕਰਕੇ, ਉਹਦੇ ਬੋਲਾਂ ਨੂੰ, ਉਹਦੇ ਬੋਲਾਂ ਦੀ ਵਿੱਚ ਜਿਹੜੀ ਨਿਰਮਾਣਤਾ ਹੈ, ਸਮਝਤਾ ਹੈ, ਉਹਨੂੰ ਵੇਖ ਕੇ ਕਹਿ ਦਿੱਤਾ ਜਾਂਦਾ ਇਹਦੇ ਬੁੱਲ ਫੁੱਲਾਂ ਵਰਗੇ ਨੇ। ਕਈ ਵਾਰੀ ਐਸੇ ਮਨੁੱਖ ਹੁੰਦੇ ਨੇ ਜਿਨ੍ਹਾਂ ਦਾ ਬੋਲਣਾ ਹੀ ਬੜਾ ਮਾੜਾ ਹੁੰਦਾ ਹੈ। ਸਿਆਣੇ ਪੁਰਸ਼ ਉਹਨਾਂ ਦੇ ਬੋਲਾਂ ਨੂੰ ਸੁਣ ਕੇ ਵਿਚਾਰ ਕਰਦੇ ਨੇ, ਇਹਦੇ ਬੋਲ ਬੜੇ ਭੈੜੇ ਨੇ, ਇਹਦੇ ਬੋਲ ਤੇ ਜ਼ਹਿਰ ਵਰਗੇ ਨੇ। ਹੁਣ ਜ਼ਹਿਰ ਤੇ ਨਹੀਂ, ਬੋਲ ਤੇ ਬੋਲ ਨੇ, ਆਵਾਜ਼ ਤੇ ਆਵਾਜ਼ ਹੈ, ਪਰ ਜ਼ਹਿਰਾਂ ਵਰਗਾ ਕਹਿ ਦਿੱਤਾ। ਐਵੇਂ ਜਿਹੜੇ ਮਨੁੱਖ ਤੇ ਕਦੇ ਵੀ ਉਹਦੇ ਗੁਣਾਂ ਦੀ ਵਿਚਾਰ ਹੁੰਦੀ ਹੈ ਜਾਂ ਔਗੁਣਾਂ ਦੀ, ਜਾਂ ਤੇ ਦੁਨੀਆ ਕਿਸੇ ਦਾ ਹਿਸਾਬ ਲਗਾਉਂਦੀ ਹੈ ਉਹਦੇ ਗੁਣ ਵੇਖ ਕੇ। ਕਿਸੇ ਮਨੁੱਖ ਨੂੰ ਬ੍ਰਹਮ ਗਿਆਨੀ ਕਿਹਾ ਗਿਆ ਹੈ ਉਹਦੇ ਗੁਣ ਵੇਖ ਕੇ। ਕਿਸੇ ਮਨੁੱਖ ਨੂੰ ਅਸੰਤ ਕਿਹਾ ਗਿਆ ਹੈ, ਅਨਾੜੀ ਕਿਹਾ ਗਿਆ ਹੈ, ਮਨਮੁਖ ਕਿਹਾ ਗਿਆ ਹੈ, ਉਹਦੇ ਅੰਦਰ ਦੇ ਔਗੁਣ ਵੇਖ ਕੇ, ਉਹਦੇ ਸਰੀਰ ਦੀਆਂ ਕਿਰਿਆਵਾਂ ਵੇਖ ਕੇ, ਉਹਦੀ ਵੇਖਣੀ ਵੇਖ ਕੇ, ਉਹਦਾ ਬੋਲਣਾ ਵੇਖ ਕੇ, ਉਹਦਾ ਸੁਣਨਾ ਵੇਖ ਕੇ। ਜਦੋਂ ਕਿਸੇ ਨੇ ਇਹ ਨੋਟ ਕੀਤਾ ਇਹਦੇ ਬੋਲ ਨੇ ਜਿਹੜੇ ਇਹ ਗੁਰੂ ਤੋਂ ਪਰਲੇ ਨੇ, ਕਹਿ ਦਿੱਤਾ ਇਹ ਮਨਮੁਖ ਹੈ, ਨੇ ਗੁਰੂ ਦੀ ਸੁਣੀ ਨਹੀਂ। ਜਦੋਂ ਵੇਖਿਆ ਗਿਆ ਇਹਦੇ ਬੋਲ ਤੇ ਗੁਰੂ ਦੀਆਂ ਬੋਲਾਂ ਵਿੱਚ ਕੋਈ ਫਰਕ ਨਹੀਂ, ਕਹਿ ਦਿੱਤਾ ਗਿਆ ਇਹ ਤੇ ਗੁਰਮੁਖ ਹੈ। ਕਈ ਵਾਰੀ ਇਹ ਵੇਖਿਆ ਜਾਂਦਾ ਹੈ, ਲੋਕ ਕਹਿ ਦਿੰਦੇ ਨੇ ਇਹ ਮਨੁੱਖ ਦੀ ਵੇਖਣੀ ਹੈ, ਬੋਲਣੀ ਹੈ, ਸੁਣਨੀ ਹੈ, ਬੜੀ ਕੋਮਲ ਹੈ, ਕਹਿੰਦੇ ਇਹ ਤੇ ਰੱਬ ਵਰਗਾ ਹੈ। ਜਿਵੇਂ ਪਰਮਾਤਮਾ ਕਿਸੇ ਨੂੰ ਕੁਛ ਨਹੀਂ ਕਹਿੰਦਾ, ਇਹ ਵੀ ਕਿਸੇ ਨੂੰ ਕੁਛ ਨਹੀਂ ਕਹਿੰਦਾ। ਮੈਂ ਰੋਹ ਵਿਚਾਰ ਆਪ ਜੀ ਦੇ ਸਾਹਮਣੇ ਬੇਨਤੀ ਕਰਾਂ, ਕਿਸੇ ਨੂੰ ਵੀ ਕੋਈ ਪਦਵੀ ਦੁਨੀਆ ਵਿੱਚ ਮਿਲੀ ਹੈ ਉਹਦੇ ਗੁਣ ਵੇਖ ਕੇ, ਉਹ ਵੱਖਰੀ ਗੱਲ ਹੈ। ਕਈ ਵਾਰੀ ਮਨੁੱਖ ਬਾਹਰੀ ਤੌਰ ਤੇ ਲਿਬਾਸ ਔਰ ਬਾਹਰੀ ਤੌਰ ਤੇ ਬੋਲ ਵੀ ਸਹੀ ਕਰ ਲੈਂਦਾ ਹੈ, ਇਹ ਵੱਖਰੀ ਗੱਲ ਹੈ। ਆਪਣੇ ਆਪ ਨੂੰ ਸਹੀ ਸਾਬਤ ਕਰਨ ਵਾਸਤੇ ਐਸਾ ਵੀ ਮਨੁੱਖ ਕਰ ਲੈਂਦਾ ਹੈ। ਉਦੋਂ ਦੀਆਂ ਲੋਕਾਂ ਨੇ, ਅੱਜ ਦੇ ਜਿਹੜੇ ਲੋਕ ਨੇ, ਉਹਨਾਂ ਸੱਜਣ ਠੱਗ ਨੂੰ ਨਹੀਂ ਵੇਖਿਆ, ਕੋਡੇ ਰਾਖਸ਼ ਨੂੰ ਵੀ ਨਹੀਂ ਵੇਖਿਆ। ਫਿਰ ਉਹਨਾਂ ਦੇ ਬਾਰੇ ਅਨੁਮਾਨ ਕਿਵੇਂ ਲਗਾ ਰਹੇ ਹਾਂ? ਉਹਨਾਂ ਦੇ ਗੁਣ ਵੇਖ ਕੇ, ਔਗੁਣ ਵੇਖ ਕੇ, ਉਹਨਾਂ ਦੀ ਸੋਚ ਵੇਖ ਕੇ, ਉਹਨਾਂ ਦੇ ਲੱਛਣ ਵੇਖ ਕੇ, ਉਹਨਾਂ ਦੀ ਜ਼ਿੰਦਗੀ ਜਿਉਣ ਦਾ ਢੰਗ ਵੇਖ ਕੇ। ਕਿਸੇ ਵੀ ਮਨੁੱਖ ਦੇ ਬਾਰੇ ਹਿਸਾਬ ਲਗਾਇਆ ਜਾਂਦਾ ਹੈ
ਉਹਦੀਆਂ ਕਿਰਿਆਵਾਂ ਵੇਖ ਕੇ, ਉਹਦੇ ਬੋਲ ਵੇਖ ਕੇ, ਉਹਦੇ ਗੁਣ ਵੇਖ ਕੇ। ਕਿਸੇ ਵੀ ਮਨੁੱਖ ਨੂੰ ਸਹੀ ਸਾਬਤ ਕੀਤਾ ਜਾਂਦਾ ਹੈ ਉਹਦੇ ਬੋਲ ਵੇਖ ਕੇ, ਉਹਦੇ ਵਿਚਾਰ ਵੇਖ ਕੇ, ਦੁਨੀਆ ਦੇ ਪ੍ਰਤੀ ਦਰਦ ਵੇਖ ਕੇ, ਅਦਰਵਾਈਜ਼ ਨਹੀਂ। ਇਸ ਕਰਕੇ ਦੁਨੀਆ ਕਿਸੇ ਨੂੰ ਭਗਤ ਦਾ ਦਰਜਾ ਦੇ ਦਿੰਦੀ ਹੈ, ਕਿਸੇ ਨੂੰ ਮੂਰਖ ਦਾ ਦਰਜਾ ਦੇ ਦਿੰਦੀ ਹੈ। ਕਿਸੇ ਸ਼ਖਸ ਨੂੰ, ਕਿਸੇ ਸ਼ਖਸੀਅਤ ਨੂੰ ਰਾਮ ਜੀ ਦਾ ਦਰਜਾ ਦੇ ਦਿੰਦੀ ਹੈ, ਕਿਸੇ ਨੂੰ ਰਾਵਣ ਦਾ ਦਰਜਾ ਦੇ ਦਿੰਦੀ ਹੈ। ਅੱਜ ਵੀ ਦਿੱਤਾ ਜਾਂਦਾ ਹੈ। ਜਦੋਂ ਇੱਕ ਮਨੁੱਖ ਦੇ ਕੰਮ ਚੋਖੇ ਪਤਤ ਹੋ ਜਾਣ, ਜਿਹੜੇ ਕੰਮ ਸਮਾਜ ਲਈ ਚੰਗੇ ਨਾ ਹੋਣ, ਉਹਨੂੰ ਰਾਵਣ ਕਹਿ ਦਿੱਤਾ ਜਾਂਦਾ ਹੈ। ਅੱਜ ਵੀ ਕਹਿ ਦਿੱਤਾ ਜਾਂਦਾ ਹੈ। ਜਿਹਦੇ ਗੁਣ ਚੰਗੇ ਹੋ ਜਾਣ, ਉਹਨੂੰ ਅੱਜ ਵੀ ਰਾਮ ਜੀ ਕਹਿ ਦਿੱਤਾ ਜਾਂਦਾ ਹੈ। ਉਹਦੇ ਵਰਗਾ ਹੈ। ਵਰਗਾ ਮਤਲਬ ਬਰਾਬਰ ਹੈ। ਬਾਣੀ ਦੇ ਵਿੱਚ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਕਹਿੰਦੇ ਨੇ, ਖਾਲਸਾ ਕਹਿ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੇ ਵਰਗਾ ਹੀ ਹੈ। ਭਾਵ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨੇ ਨੇ, ਜਿਹੜੇ ਗੁਣ ਮਹਾਰਾਜ ਦੇ ਅੰਦਰ ਸੀ ਅੱਜ ਉਹ ਖਾਲਸੇ ਦੇ ਵਿੱਚ ਨੇ। ਤਾਂ ਹੀ ਮਹਾਰਾਜ ਜੀ ਨੇ ਕਿਹਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਿਚਾਰ, ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ। ਮੇਰੇ ਪੁੱਤਰ ਤੇ ਕਈ ਜੀਵਤ ਨੇ, ਅੱਜ ਵੀ ਜੀਵਤ ਨੇ, ਔਰ ਅੱਜ ਵੀ ਉਹਨਾਂ ਦਾ ਖਾਲਸਾ ਚੜ੍ਹਦੀ ਕਲਾ ਵਿੱਚ ਹੈ। ਅੱਜ ਵੀ ਮਹਾਰਾਜ ਜੀ ਦਾ ਖਾਲਸਾ ਹੈ ਜਿਹੜੀ ਉਹਨਾਂ ਦੀਆਂ ਸਿੱਖਿਆਵਾਂ ਨੇ, ਅੱਜ ਵੀ ਦੁਨੀਆ ਵਿੱਚ ਕਈ ਸ਼ਖਸੀਅਤਾਂ ਵਿੱਚ ਨੇ। ਸਾਧ ਸੰਗਤ, ਫਿਰ ਮੈਂ ਬੇਨਤੀ ਕਰਾਂ, ਵਿਚਾਰ ਹੈ ਬ੍ਰਹਮ ਗਿਆਨੀ ਦੀ। ਹੁਣ ਬ੍ਰਹਮ ਗਿਆਨੀ ਦਾ ਪਤਾ ਕਿਵੇਂ ਲੱਗੇ ਬ੍ਰਹਮ ਗਿਆਨੀ ਹੈ? ਹੁਣ ਮਹਾਰਾਜ ਜੀ ਨੇ ਗੁਣ ਦੱਸੇ ਨੇ। ਬ੍ਰਹਮ ਗਿਆਨੀ ਦੇ ਵਿੱਚ ਜਿਹੜੇ ਗੁਣ ਹੁੰਦੇ ਨੇ, ਉਹ ਗੁਣਾਂ ਦਾ ਜ਼ਿਕਰ ਕੀਤਾ ਹੈ। ਆਪਾਂ 2 ਦਿਨਾਂ ਤੋਂ ਪੌੜੀ ਦੇ ਉੱਤੇ ਵਿਚਾਰ ਕਰ ਰਹੇ ਹਾਂ। ਮਹਾਰਾਜ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ, ਉਹ ਆਪਣੇ ਆਪ ਨੂੰ ਬਿਲਕੁਲ ਨੀਵਾਂ ਸਮਝਦਾ ਹੈ, ਸਗਲ ਕੀ ਰੀਨਾ। ਔਰ ਦੂਜੀ ਗੱਲ, ਉਹਨੂੰ ਆਤਮ ਰਸ ਮਿਲ ਜਾਂਦਾ ਹੈ। ਮੈਂ ਥੋੜਾ ਜਿਹਾ ਆਪ ਜੀ ਦੇ ਨਾਲ ਰੀਨਾ ਉੱਤੇ, ਧੂੜ ਹੋਣ ਉੱਤੇ ਔਰ ਆਤਮ ਰਸ ਉੱਤੇ, ਦੋਵਾਂ ਚੀਜ਼ਾਂ ਤੇ ਵਿਚਾਰ ਕਰਨੀ ਚਾਹਾਂਗਾ। ਅਸਲ ਦੇ ਵਿੱਚ ਧੂੜ ਹੋਣ ਦਾ ਕੀ ਮਤਲਬ ਹੈ? ਬ੍ਰਹਮ ਗਿਆਨੀ ਸਗਲ ਕੀ ਰੀਨਾ। ਰੀਨਾ ਮਤਲਬ ਮਿੱਟੀ, ਧੂੜ, ਰੇਣ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਜਿਹੜਾ ਮਨੁੱਖ ਕੁਝ ਬਣ ਗਿਆ ਹੈ, ਪਰਮਾਤਮਾ ਦੀ ਕੋਈ ਜਿਹਨੂੰ ਸੋਝੀ ਲੱਗੀ ਹੈ, ਉਹਦੀ ਇੱਕੋ ਇੱਕ ਪਛਾਣ ਹੈ, ਦੁਨੀਆ ਦੇ ਗੁਣ ਵੇਖੇਗਾ, ਆਪਣੇ ਔਗੁਣ ਵੇਖੇਗਾ। ਇਹ ਪਛਾਣ ਹੈ ਉਹਦੀ। ਜਿਹੜਾ ਪਰਮਾਤਮਾ ਦੇ ਦਰਜੇ ਤੇ ਚੱਲ ਪਿਆ ਹੈ, ਜਿਗਿਆਸੂ ਬਣ ਗਿਆ, ਆਪਣੇ ਔਗੁਣ ਵੇਖੇਗਾ, ਦੁਨੀਆ ਦੇ ਗੁਣ ਵੇਖੇਗਾ। ਜਿਹੜਾ ਹਜੇ ਤਾਈਂ ਤੁਰਿਆ ਹੀ ਨਹੀਂ, ਸੰਸਾਰੀ ਹੈ, ਮਨਮੁਖ ਹੈ, ਉਹਦੀ ਵੀ ਪਛਾਣ ਹੈ। ਉਹਦੀ ਪਛਾਣ ਕੀ? ਉਹ ਦੁਨੀਆ ਦੇ ਔਗੁਣ ਵੇਖੇਗਾ, ਆਪਣੇ ਗੁਣ ਵੇਖੇਗਾ। ਉਲਟਾ ਹੈ ਬਿਲਕੁਲ। ਜਿਹੜੇ ਮਨੁੱਖ ਕਿਸੇ ਦੇ ਔਗੁਣ ਵੇਖਦੇ ਨੇ, ਆਪਣੇ ਗੁਣਾਂ ਦਾ ਪ੍ਰਗਟਾਵਾ ਕਰਦੇ ਨੇ, ਹਜੇ ਮਨਮੁਖ ਨੇ। ਗੁਰਬਾਣੀ ਦੇ ਅਨੁਸਾਰ ਕਬੀਰ ਜੀ ਕਹਿੰਦੇ, ਮੇਰੇ ਤੇ ਮਿੱਤਰ ਘੱਟੋ ਘੱਟ ਨਹੀਂ ਹਨ, ਦੁਨੀਆ ਦੇ ਹੋ ਸਕਦੇ ਨੇ। ਕਬੀਰ ਜੀ ਕਹਿੰਦੇ, ਮੇਰੇ ਨਾਲ ਤੇ ਘੱਟੋ ਘੱਟ ਉਹਨਾਂ ਦੀ ਕੋਈ ਰਿਸ਼ਤੇਦਾਰੀ ਨਹੀਂ ਹੈ, ਮੇਰੇ ਕੋਲ ਤੇ ਆਉਣ ਵੀ ਨਾ ਐਸੇ ਮਨੁੱਖ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਮੇਰਾ ਤੇ ਉਹ ਮਿੱਤਰ ਹੈ ਜਿਹੜਾ ਆਪਣੇ ਆਪ ਨੂੰ ਸਭ ਤੋਂ ਮਾੜਾ ਸਮਝਦਾ ਹੈ। ਜਿਹੜਾ ਆਪਣੇ ਆਪ ਨੂੰ ਹਜੇ ਚੰਗਾ ਕਮਾਉਣਾ ਚਾਹੁੰਦਾ, ਕਹਿੰਦੇ ਮੇਰੇ ਕੋਲ ਤੇ ਘੱਟੋ ਘੱਟ ਨਾ ਆਏ, ਮੇਰਾ ਉਹ ਕੁਝ ਨਹੀਂ ਲੱਗਦਾ, ਨਾ ਮੇਰਾ ਕੋਈ ਮਿੱਤਰ ਹੈ, ਨਾ ਮੇਰੀ ਉਹਦੇ ਨਾਲ ਕੋਈ ਰਿਸ਼ਤੇਦਾਰੀ ਹੈ, ਉਹਦੇ ਨਾਲ ਮੇਰੀ ਕੋਈ ਲੈਣਾ ਦੇਣਾ ਨਹੀਂ ਹੈ। ਜਿਹੜੇ ਮਨੁੱਖ ਪਰਮਾਤਮਾ ਦੇ ਰਾਸਤੇ ਤੇ ਤੁਰੇ, ਉਹਨਾਂ ਦੇ ਅੰਦਰ ਇਹ ਗੁਣ ਹੁੰਦਾ ਹੈ। ਰੀਨਾ ਕਿਉਂ? ਮਤਲਬ ਇਹ ਭਾਈ ਮੈਂ ਹੀ ਮਾੜਾ ਹਾਂ, ਮੇਰੇ ਤੋਂ ਹੀ ਕੋਈ ਗਲਤੀ ਹੋ ਗਈ ਹੈ। ਆਪਣੇ ਆਪ ਨੂੰ ਸਭ ਤੋਂ ਮਾੜਾ ਵੇਖਣਾ, ਦੂਜੇ ਨੂੰ, ਵੱਡੇ ਤੋਂ ਵੱਡੇ ਪਾਪੀ ਨੂੰ ਵੀ ਚੰਗਾ ਸਾਬਿਤ ਕਰ ਦੇਣਾ, ਕੋਈ ਗੱਲ ਨਹੀਂ ਭਾਈ। ਫਿਰ ਮੈਂ ਬੇਨਤੀ ਕਰਾਂ, ਵਿਕਾਰੀ ਮਨੁੱਖ, ਵਿਕਾਰੀ ਮਨੁੱਖ, ਪਰਮਾਤਮਾ ਤੋਂ ਟੁੱਟਿਆ ਹੋਇਆ ਮਨੁੱਖ ਦੁਨੀਆ ਦੇ ਔਗਣਾਂ ਵਿੱਚ ਸਾਰੀ ਉਮਰ ਹੀ ਕੱਢ ਦਿੰਦਾ ਹੈ। ਆਪ ਜੀ ਕਦੀ ਵੇਖਣਾ, ਕਈ ਮਨੁੱਖ ਐਸੇ ਹੁੰਦੇ ਨੇ, ਉਹਨਾਂ ਨੂੰ ਸਾਰੇ ਮੁਹੱਲੇ ਦੇ ਲੋਕਾਂ ਦੇ ਔਗਣਾਂ ਦਾ ਪਤਾ ਹੁੰਦਾ ਹੈ, ਕਿਹੜੀ ਬਿਰਤੀ ਹੈ।
ਕਈ ਐਸੇ ਹੁੰਦੇ ਨੇ ਸਾਰੇ ਮਹੱਲੇ ਦੇ ਲੋਕਾਂ ਦੇ ਚੰਗੇ ਗੁਣਾਂ ਦਾ ਹੀ ਪਤਾ ਹੁੰਦਾ ਕਿਉਂ ਗੁਣਵਾਨ ਨੇ। ਕਈ ਮਨੁੱਖ ਐਸੇ ਨੇ ਜਿਹੜੇ ਸਾਰੀ ਦੁਨੀਆ ਦੇ ਇਸ ਦੇਸ਼ ਦੇ ਔਗਣ ਜਾਣਦੇ ਨੇ। ਇਸ ਦੇਸ਼ 'ਚ ਕਿਹੜੇ ਕਿਹੜੇ ਔਗਣ ਨੇ, ਕਿਹੜੇ ਕਿਹੜੇ ਗੁਣ ਨੇ ਉਹ ਨਹੀਂ ਜਾਣਦੇ। ਫਿਰ ਜਿਨ੍ਹਾਂ ਮਹਾਰਾਜ ਦੇ ਸਾਂਝ ਕਰੀਜੈ ਗੁਣਾਂ ਖੇਰੀ ਛੋੜ ਅਵਗੁਣ ਚੱਲੀਐ, ਫਿਰ ਇਹਦਾ ਮਤਲਬ ਇਹ ਹੈ ਘੱਟੋ ਘੱਟ ਗੁਰੂ ਦੇ ਨਾਲ ਤੇ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ। ਜਿਹੜਾ ਮਨੁੱਖ ਹਜੇ ਦੂਜਿਆਂ ਦੇ ਔਗਣਾਂ ਦੀ ਵਿਚਾਰ ਕਰ ਰਿਹਾ ਹੈ ਆਪਣੇ ਅੰਦਰ, ਉਹਦਾ ਇਹ ਮਤਲਬ ਤੇ ਹੈ ਉਹਨੂੰ ਹਜੇ ਗੁਰੂ ਨਾਲ ਤੇ ਕੋਈ ਲੈਣਾ ਦੇਣਾ ਨਹੀਂ ਹੈ, ਗੁਰੂ ਨਾਲ ਉਹਦਾ ਕੋਈ ਮਤਲਬ ਵਾਸਤਾ ਵੀ ਨਹੀਂ ਹੈ। ਦੂਜੀ ਗੱਲ ਸਾਧ ਸੰਗਤ, ਜਿਹੜੇ ਮਨੁੱਖ ਆਪਣੇ ਆਪ ਨੂੰ ਗੁਣਵਾਨ ਸਮਝਦੇ ਨੇ ਇਹ ਅਤ ਦਰਜੇ ਦੇ ਹੰਕਾਰੀ ਹੋਣਗੇ। ਹੁਣ ਉਹ ਰੀਨਾ ਕਿਵੇਂ ਹੋਣਗੇ, ਰੇਣ ਕਿਵੇਂ ਹੋਣਗੇ? ਜਿਹੜੇ ਮਨੁੱਖ ਆਪਣੇ ਆਪ ਨੂੰ ਗੁਣਵਾਨ ਸਮਝਦੇ ਨੇ, ਦੂਜੇ ਨੂੰ ਔਗਣ ਹਾਰਾ ਸਮਝਦੇ ਨੇ, ਅਤ ਦਰਜੇ ਦੇ ਹੰਕਾਰੀ ਹੋਣਗੇ, ਅਤ ਦਰਜੇ ਦੇ। ਐਸੇ ਮਨੁੱਖ ਕਈ ਵਾਰੀ ਗੁਰੂ ਨੂੰ ਵੀ ਚੈਲੰਜ ਕਰ ਜਾਂਦੇ ਨੇ। ਇਹ ਵੀ ਮੈਂ ਆਪ ਜੀ ਦੇ ਸਾਹਮਣੇ ਇਤਿਹਾਸ ਦੇ ਵਿੱਚ ਪ੍ਰਮਾਣ ਹੈ ਐਸੇ ਮਨੁੱਖਾਂ ਦਾ। ਬੇਣੀ ਨਾਂ ਦਾ ਪੰਡਿਤ ਗੁਰੂ ਜੀ ਦੇ ਕੋਲ ਆਉਂਦਾ, ਗੁਣ ਉਹਦੇ ਕੋਲ ਹੈ ਨੇ, ਉਹਨੇ ਬੜੇ ਸ਼ਾਸਤਰ ਪੜ੍ਹੇ ਨੇ, ਬੜੇ ਵੇਦ ਪੜ੍ਹੇ ਨੇ, ਉਹ ਪੜ੍ਹਨ ਦਾ ਹੀ ਹੰਕਾਰ ਕਰ ਬੈਠਾ। ਪੜ੍ਹਨ ਦਾ ਹੰਕਾਰ ਕਰਕੇ ਗੁਰੂ ਨੂੰ ਹੀ ਕਹਿੰਦਾ ਹੈ, ਗੁਰੂ ਜੀ ਤੁਹਾਡੇ ਸਿੱਖ ਤੀਰਥ ਇਸ਼ਨਾਨ ਨਹੀਂ ਕਰਦੇ, ਇਹਨਾਂ ਦਾ ਪਾਰ ਉਤਾਰਾ ਕਿਵੇਂ ਹੋਏਗਾ? ਇਹ ਆਪਣੀ ਜ਼ਿੰਦਗੀ ਕਿਵੇਂ ਬਦਲਣਗੇ? ਇਸ ਕਰਕੇ ਇਹਨਾਂ ਨੂੰ ਇਸ ਕੰਮ ਵਿੱਚ ਲਾਓ। ਆਪਣੇ ਵੱਲੋਂ ਸੁਜੈਸ਼ਨ ਦੇਣ ਲੱਗ ਜਾਂਦਾ ਹੈ। ਉਹ ਮਨੁੱਖ ਗੁਰੂ ਦੀ ਵਿਚਾਰ ਨੂੰ ਦੱਬ ਕੇ ਆਪਣੀ ਵਿਚਾਰ ਨੂੰ ਪ੍ਰਬਲ ਕਰਦੇ ਨੇ, ਆਪਣੀ ਵਿਚਾਰ ਨੂੰ ਵੱਡੀ ਰੱਖਦੇ ਨੇ। ਜਿਹੜੇ ਮਨੁੱਖਾਂ ਨੇ ਹਜੇ ਤਾਈਂ ਆਪਣੇ ਆਪ ਨੂੰ ਗੁਣਵਾਨ ਸਮਝਿਆ ਹੋਇਆ ਹੈ, ਮੈਂ ਥੋੜੀ ਬੇਨਤੀ ਇੱਕ ਹੋਰ ਕਰ ਦਿਆਂ, ਹਜੇ ਤਾਈਂ ਉਹਨਾਂ ਦੇ ਅੰਦਰ ਗੁਰੂ ਦੀ ਬਾਣੀ ਨਹੀਂ ਹੋਏਗੀ। ਇਹ ਵੀ ਸੱਚਾਈ ਹੈ। ਗੁਰੂ ਦੀ ਬਾਣੀ ਦੇ ਦ੍ਰਿਸ਼ ਉਹਨਾਂ ਦੇ ਅੰਦਰ ਨਹੀਂ ਵਿਖਣਗੇ, ਉਹਨਾਂ ਦੇ ਅੰਦਰ ਸੱਚਾਈ ਨਹੀਂ ਹੋਏਗੀ। ਜਿਹੜੇ ਮਨੁੱਖਾਂ ਨੇ ਆਪਣੇ ਆਪ ਨੂੰ ਹਜੇ ਗੁਣਵਾਨ ਸਮਝ ਲਿਆ ਹੋਇਆ ਹੈ, ਅਤ ਦਰਜੇ ਦੇ ਹੰਕਾਰੀ, ਉਹਨਾਂ ਵਾਸਤੇ ਗੁਰੂ ਦੀ ਬਾਣੀ ਦਾ ਕੋਈ ਲੈਣਾ ਨਾ। ਉਹ ਵਿਚਾਰ ਕਰਨਗੇ ਬਾਣੀ ਦੀ, ਵਿਚਾਰ ਤੇ ਉਹਨਾਂ ਦੂਜੇ ਦੇ ਔਗਣਾਂ ਦੀ ਕਰਨੀ ਹੈ। ਵਿਚਾਰ ਨਹੀਂ ਕਰਨਗੇ। ਕਿਉਂ? ਐਸੇ ਮਨੁੱਖ ਨੂੰ ਇਹ ਲੱਗਦਾ ਹੁੰਦਾ ਮੇਰੀ ਮੱਤ ਬਹੁਤ ਹੈ। ਦੂਜੇ ਬੰਨੇ ਦੀ ਆਪਾਂ ਗੱਲ ਕਰੀਏ, ਦੂਜੀ ਸਾਈਡ 'ਤੇ ਇੱਕ ਦੂਜੇ ਮਨੁੱਖ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਔਗਣ ਹਾਰਾ ਸਮਝਿਆ, ਦੂਜੇ ਨੂੰ ਗੁਣਵਾਨ ਸਮਝਿਆ। ਉਹ ਕਹਿੰਦੇ ਨੇ ਮੇਰਾ ਮੁਝ ਮੈਂ ਕਿਛ ਨਹੀਂ। ਉਹ ਐਸੇ ਨਹੀਂ ਹੈ, ਸਭ ਕੁਛ ਹੈ, ਸਭ ਤੋਂ ਉੱਚੇ ਨੇ ਦੁਨੀਆ ਵਿੱਚ, ਉਹਨਾਂ ਤੋਂ ਵੱਡਾ ਕੋਈ ਨਹੀਂ, ਦੁਨੀਆ ਵਿੱਚ ਉਹਨਾਂ ਦੇ ਬਰਾਬਰ ਦਾ ਕੋਈ ਨਹੀਂ। ਪਰ ਉਹ ਹਜੇ ਵੀ ਕਹਿੰਦੇ ਨੇ ਮੇਰਾ ਮੁਝ ਮੈਂ ਕਿਛ ਨਹੀਂ, ਹਮ ਅਵਗੁਣ ਭਰੇ ਇੱਕ ਗੁਣ ਨਹੀਂ। ਸਾਧ ਸੰਗੀ ਯਾਦ ਰੱਖਣਾ, ਜਿਹੜੇ ਦਰਖਤਾਂ ਨੂੰ ਫਲ ਲੱਗਦੇ ਨੇ ਉਹ ਫਲ ਝੁਕੇ ਹੋਏ ਹੁੰਦੇ ਨੇ। ਜਿਹੜੇ ਦਰਖਤਾਂ ਨੂੰ ਕੁਛ ਨਹੀਂ ਲੱਗਦਾ, ਲੰਮੇ ਬੜੇ ਹੁੰਦੇ ਨੇ, ਉਹਨਾਂ ਤੇ ਪੱਤੇ ਵੀ ਬੜੇ ਵੱਡੇ ਵੱਡੇ ਹੁੰਦੇ ਨੇ, ਲੱਗਦਾ ਕੁਛ ਨਹੀਂ ਉਹਨਾਂ ਨੂੰ, ਖਾਲੀ ਹੁੰਦੇ ਨੇ। ਤੇ ਉਹਨਾਂ ਦੇ ਕੋਲ ਜਿਹੜੇ ਬਹਿਣ ਵਾਲੇ ਵੀ ਹੁੰਦੇ ਨੇ ਉਹ ਵੀ ਨਿਰਾਸ਼ੇ ਹੀ ਜਾਂਦੇ ਨੇ। ਉਹਨਾਂ ਦੇ ਕੋਲ ਰਹਿਣ ਵਾਲੇ ਵੀ ਭੁੱਖੇ ਰਹਿ ਜਾਂਦੇ ਨੇ। ਉਹ ਵੱਖਰੀ ਗੱਲ ਹੈ। ਦੁਨਿਆਵੀ ਤੌਰ ਤੇ ਪੈਸਾ ਹੋ ਸਕਦਾ ਹੈ, ਉਹ ਇੱਕ ਵੱਖਰਾ ਮੈਟਰ ਹੈ। ਦੁਨਿਆਵੀ ਤੌਰ ਤੇ ਉਹਨਾਂ ਦੇ ਕੋਲ ਵਸਤਰ ਚੰਗੇ ਹੋ ਸਕਦੇ ਨੇ, ਘਰ-ਬਾਰ ਚੰਗਾ ਹੋ ਸਕਦਾ ਹੈ, ਇਹ ਡਜ਼ਨਟ ਮੈਟਰ, ਕੋਈ ਵੱਡੀ ਗੱਲ ਨਹੀਂ ਹੈ। ਇਹ ਦੁਨੀਆ ਕੋਲ ਹੈ। ਦੁਨਿਆਵੀ ਤੌਰ ਤੇ ਉਹਨਾਂ ਕੋਲ ਮਕਾਨ ਚੰਗਾ ਹੋ ਸਕਦਾ ਹੈ, ਵਸਤਰ ਚੰਗੇ ਹੋ ਸਕਦੇ ਨੇ, ਗੱਡੀ ਵੱਡੀ ਹੋ ਸਕਦੀ ਹੈ। ਇਹਦਾ ਮਤਲਬ ਇਹ ਨਹੀਂ ਉਹਨਾਂ ਦੀ ਸ਼ਖਸੀਅਤ ਵੀ ਵੱਡੀ ਹੈ, ਐਸਾ ਨਹੀਂ ਹੈ। ਔਰ ਇਹ ਵੀ ਨਹੀਂ ਹੈ ਜਿਹਦੇ ਕੱਪੜੇ ਪਾਟੇ ਨੇ ਤੇ ਉਹਦੀ ਸ਼ਖਸੀਅਤ ਵੱਡੀ ਹੈ, ਐਸਾ ਵੀ ਨਹੀਂ ਹੈ। ਸ਼ਖਸੀਅਤ ਵੱਡੀ ਹੁੰਦੀ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਔਗਣ ਹਾਰਾ ਮੰਨ ਲਿਆ ਹੈ, ਜਿਨ੍ਹਾਂ ਨੇ ਇਹ ਮੰਨ ਲਿਆ ਮੇਰੇ ਅੰਦਰ ਕੋਈ ਗੁਣ ਨਹੀਂ। ਫਿਰ ਗੁਰੂ ਵੀ ਉਹਨਾਂ ਦੀ ਬਾਂਹ ਫੜਨ ਵਾਸਤੇ ਤਿਆਰ ਹੈ, ਪਰਮੇਸ਼ਰ ਵੀ ਉਹਨਾਂ ਦੀ ਬਾਂਹ ਫੜਨ ਵਾਸਤੇ ਤਿਆਰ ਹੈ, ਫਿਰ ਤੇ ਪਰਮੇਸ਼ਰ ਵੀ ਉਹਨਾਂ ਦੇ ਨਾਲ ਲੱਗਣ ਵਾਸਤੇ ਤਿਆਰ ਹੈ। ਫਿਰ ਉਹਨਾਂ ਦੀਆਂ ਬੇਨਤੀਆਂ ਵੀ ਇਹੀ ਹੋਣਗੀਆਂ, ਹੇ ਪਰਮਾਤਮਾ ਮੇਰੇ ਅੰਦਰ ਕੋਈ ਗੁਣ ਨਹੀਂ, ਮੇਰੇ ਅੰਦਰ ਕੋਈ ਵਿਚਾਰ ਨਹੀਂ, ਤੂੰ ਕਿਰਪਾ ਕਰ। ਔਰ ਗੁਰਬਾਣੀ ਵਿੱਚ ਬਹੁਤੇ ਸ਼ਬਦ ਬੇਨਤੀ ਨੇ। ਗੁਰਬਾਣੀ ਵਿੱਚ ਬਾਰ-ਬਾਰ ਸ਼ਬਦ ਬੇਨਤੀ ਦਾ ਹੈ। ਹੁਣ ਜਿਹੜੇ ਮਨੁੱਖਾਂ ਨੇ ਆਪਣੇ ਆਪ ਨੂੰ ਔਗਣ ਹਾਰਾ ਸਮਝ ਲਿਆ,
ਉਹਨਾਂ ਵਾਸਤੇ ਦੁਨੀਆ ਵਿੱਚ ਕੋਈ ਵੀ ਮਾੜਾ ਨਹੀਂ ਹੈ। ਉਹ ਤੇ ਕਹਿੰਦੇ ਨੇ ਕਬੀਰ ਸਭ ਤੇ ਹਮ ਬੁਰੇ, ਮੈਂ ਸਭ ਤੋਂ ਬੁਰਾ। ਉਹ ਤੇ ਕਹਿੰਦੇ ਨੇ ਹਮ ਅਪੱਤ ਹੈ ਆਪਣੀ ਪਤ ਖੋਈ, ਹਮਰੀ ਖੋਜ ਪਰ ਹੋ ਮਤ ਕੋਈ। ਮੈਂ ਤੇ ਅਪੱਤਾ ਹਾਂ, ਅਪੱਤ, ਮੇਰੀ ਕੋਈ ਇੱਜ਼ਤ ਨਹੀਂ ਹੈ ਤੇ ਮੇਰੀ ਇੱਜ਼ਤ ਗਵਾਚ ਗਈ ਹੈ, ਮੇਰੀ ਖੋਜ ਕੋਈ ਮਤ ਪੜਨਾ। ਮੈਂ ਬਿਲਕੁਲ ਆਪਣੇ ਆਪ ਨੂੰ ਪਤਹੀਨ ਕਰ ਚੁੱਕਿਆ। ਉਹ ਸਗਲ ਕੀ ਰੀਨਾ, ਕਦੇ ਵੱਧ ਕੇ ਬੋਲੋ ਕਿਸੇ ਨੂੰ ਨਹੀਂ ਬੋਲਦੇ। ਉਹਨਾਂ ਨੂੰ ਪਤਾ ਹੈ ਜਿਹੜੀ ਚੀਜ਼ ਮੈਂ ਕਿਸੇ ਨੂੰ ਕਹਿਣ ਲੱਗਿਆ, ਰੱਬ ਦੀ ਭਾਵੀ ਦਾ ਕੀ ਪਤਾ ਹੈ ਕਦੋਂ ਕੀ ਹੋ ਜਾਣਾ, ਕੀ ਪਤਾ ਹੈ। ਅੱਜ ਕਿਸੇ ਨੂੰ ਉੱਚਾ ਬੋਲ ਬੋਲਿਆ, ਕੱਲ ਦਾ ਕੀ ਪਤਾ ਹੈ। ਅਜੇ ਕਿਹੜਾ ਜ਼ਿੰਦਗੀ ਖਤਮ ਹੋ ਗਈ ਹੈ। ਜੇ ਤੇ ਜ਼ਿੰਦਗੀ ਦਾ ਐਂਡ ਆ ਗਿਆ ਹੋਏ ਫਿਰ ਤਾਂ ਕੋਈ ਉੱਚਾ ਬੋਲ ਬੋਲੇ। ਜ਼ਿੰਦਗੀ ਦਾ ਐਂਡ ਨਹੀਂ ਆਇਆ। ਆਪ ਜੀ ਕਦੀ ਨੋਟ ਕਰਕੇ ਵੇਖਣਾ, ਘਰਾਂ ਦੇ ਵਿੱਚ ਜਿਨ੍ਹਾਂ ਘਰਾਂ 'ਚ ਕਦੇ ਪੈਸਾ ਨਹੀਂ ਸੀ ਹੁੰਦਾ ਅੱਜ ਹੈ, ਔਰ ਜਿਨ੍ਹਾਂ ਦੇ ਵਿੱਚ ਕਦੀ ਹੈ ਸੀ ਅੱਜ ਨਹੀਂ ਹੈ। ਜਿਹੜੇ ਲੋਕ ਅੱਜ ਤੋਂ ਪਹਿਲਾਂ ਕਦੇ ਬਚਪਨ ਵਿੱਚ ਸਨ, ਕਦੇ ਬਚਪਨ ਵਿੱਚ ਕਿਸੇ ਬਜ਼ੁਰਗ ਨੂੰ ਬੋਲੀ ਮਾਰਤੀ ਹੋਏ, ਅੱਜ ਆਪ ਬਜ਼ੁਰਗ ਹੋ ਗਏ ਨੇ। ਅੱਜ ਇਸ ਕਰਕੇ ਬੱਚੇ ਨੂੰ ਇਹ ਸਮਝਾਇਆ ਜਾਂਦਾ, ਬੇਟਾ ਬਜ਼ੁਰਗ ਨੂੰ ਕੁਝ ਨਹੀਂ ਕਹੀਦਾ। ਕਿਉਂ? ਤੂੰ ਵੀ ਬਜ਼ੁਰਗ ਬਣਨਾ ਹੈ। ਇਸ ਕਰਕੇ ਇੱਕ ਮਾਂ-ਬਾਪ ਆਪਣੇ ਬੱਚਿਆਂ ਨੂੰ ਸਮਝਾਉਂਦੇ ਨੇ, ਬੇਟਾ ਮਾਂ-ਬਾਪ ਦੀ ਸੇਵਾ ਕਰੋ। ਕਿਉਂ? ਤੁਸੀਂ ਵੀ ਮਾਂ-ਬਾਪ ਬਣਨਾ ਹੈ। ਸਗਲ ਕੀ ਰੀਨਾ, ਨੀਵੇਂ ਰਹੋ। ਮੈਂ ਕਈ ਵਾਰੀ ਮੈਨੂੰ ਯਾਦ ਆਉਂਦਾ ਇੱਕ ਆਸ਼ਰਮ ਦੀ ਘਟਨਾ। ਇੱਕ ਬੱਚੇ ਆਪਣੇ ਮਾਤਾ ਪਿਤਾ ਨੂੰ ਆਸ਼ਰਮ ਵਿੱਚ ਛੱਡ ਆਏ, ਮਾਂ ਨੂੰ। ਮਾਂ ਬਹੁਤੇ ਦਿਨ ਆਸ਼ਰਮ ਰਹੀ, 20 ਸਾਲ ਮਾਂ ਨੇ ਆਸ਼ਰਮ 'ਚ ਕੱਟੇ। ਜਦੋਂ ਜਾਣ ਦਾ ਟਾਈਮ ਆਇਆ ਆਪਣੇ ਬੱਚੇ ਨੂੰ ਫੋਨ ਕੀਤਾ, ਬੇਟਾ ਆਸ਼ਰਮ ਵਿੱਚ ਆਈ। ਕਹਿੰਦੇ ਹਾਂਜੀ ਬੋਲੋ। ਆ ਗਿਆ। ਕਹਿੰਦਾ ਬੇਟਾ ਆਸ਼ਰਮ ਵਿੱਚ ਨਾ ਪੱਖੇ ਲਵਾ ਦੇ। ਕਹਿੰਦਾ ਮਾਂ 20 ਸਾਲ ਤੂੰ ਇਹ 'ਚ ਕੱਢੇ ਨੇ, ਕਦੇ 20 ਸਾਲ ਤੂੰ ਇਹ ਜ਼ਿਕਰ ਹੀ ਨਹੀਂ ਕੀਤਾ ਕਦੇ ਪੱਖੇ ਲਾ ਦਈਏ ਇਹਨਾਂ ਵਿੱਚ, ਅੱਜ ਕਿਉਂ? ਕਹਿੰਦੇ ਬੇਟਾ ਤੇਰੇ ਵਿੱਚ ਮੇਰੀ ਮਮਤਾ ਬੜੀ ਹੈ। ਮੈਨੂੰ ਪਤਾ ਹੈ ਤੂੰ ਮੈਨੂੰ ਘਰੋਂ ਬਾਹਰ ਕੱਢਿਆ ਤੇ ਮੈਂ ਇੱਥੇ ਆਈ ਹਾਂ। ਮੈਂ ਤੇ ਗਰਮੀ ਵਿੱਚ ਟਾਈਮ ਕੱਢ ਲਿਆ। ਮੈਨੂੰ ਪਤਾ ਤੇਰੇ ਤੋਂ ਨਹੀਂ ਕੱਢਿਆ ਜਾਣਾ। ਤੂੰ ਮੈਨੂੰ ਕੱਢਿਆ, ਤੇਰੇ ਬੱਚਿਆਂ ਵੀ ਐਵੇਂ ਕਰਨਾ ਹੈ, ਫਿਰ ਤੂੰ ਵੀ ਇੱਥੇ ਹੀ ਰਹਿਣਾ। ਪੱਖੇ ਪਹਿਲਾਂ ਹੀ ਲਵਾ ਲਾ। ਮੈਂ ਤੇ ਗਰਮੀ ਵਿੱਚ ਕੱਢ ਲਿਆ, ਹਜੇ ਵੀ ਮਮਤਾ, ਤੇਰੇ ਤੋਂ ਗਰਮੀ ਸਹਿਣ ਨਹੀਂ ਹੋਣੀ। ਆਪਣੇ ਜਿਉਂਦਿਆਂ ਜਿਉਂਦਿਆਂ ਪੱਖੇ ਲਵਾ ਲਾ ਇੱਥੇ। ਸਾਧ ਸੰਗਤ, ਜਿਹੜੇ ਮਨੁੱਖ ਨੀਵੇਂ ਰਹਿੰਦੇ ਨੇ, ਆਪਣੇ ਆਪ ਨੂੰ ਔਗਣ ਹਾਰਾ ਸਮਝਦੇ ਨੇ, ਉਹਨਾਂ ਨੂੰ ਸਭ ਦੇ ਵਿੱਚ ਰੱਬ ਦ੍ਰਿਸ਼ਟੀ ਆਉਂਦਾ ਹੈ। ਸਭ ਇੱਕੋ ਨਜ਼ਰੀਆ ਆਇਆ ਸਭ ਦੇ ਵਿੱਚ। ਪਰ ਯਾਦ ਰੱਖਣਾ, ਕਦੇ ਵੱਧ ਕੇ ਬੋਲ ਵੀ ਕਿਸੇ ਨੂੰ ਨਹੀਂ। ਕਿਉਂ? ਕੀ ਪਤਾ ਹੈ ਜ਼ਿੰਦਗੀ ਦਾ ਕਦੋਂ ਕਿੱਧਰ ਨੂੰ ਮੋੜਾ ਖਾ ਜਾਣਾ ਹੈ। ਉਹਨਾਂ ਨੂੰ ਇਹ ਪਤਾ ਹੈ। ਕਹੋ ਨਾਨਕ ਕੇ ਸਥਿਰ ਨਹੀਂ, ਸੁਪਨੇ ਜਿਉ ਸੰਸਾਰ। ਇਹ ਸੰਸਾਰ ਤੇ ਸੁਪਨੇ ਵਰਗਾ ਹੈ। ਇੱਥੇ ਕੁਝ ਵੀ ਸਥਿਰ ਨਹੀਂ ਹੈ। ਜਿਹਦੇ ਕੋਲ ਅੱਜ ਇੱਜ਼ਤ ਹੈ, ਕੀ ਪਤਾ ਕੱਲ ਨੂੰ ਬੇਇੱਜ਼ਤੀਆਂ ਦੇ ਭੰਡਾਰ ਹੋਣ, ਕੀ ਪਤਾ ਹੈ। ਜਿਹਦੀ ਲੋਕ ਅੱਜ ਬੇਇੱਜ਼ਤੀਆਂ ਕਰਦੇ ਨੇ, ਕੀ ਪਤਾ ਕੱਲ ਨੂੰ ਇੱਜ਼ਤਾਂ ਦੇ ਅੰਬਾਰ ਹੋਣ, ਕੀ ਪਤਾ ਇਸ ਚੀਜ਼ ਦਾ। ਕੀ ਪਤਾ ਜਿਹੜਾ ਅੱਜ ਦੁਖੀ ਹੈ ਕੱਲ ਨੂੰ ਮਹਾਂ ਪਵਿੱਤਰ ਹੋਏ, ਕੀ ਪਤਾ ਹੈ। ਮੈਂ ਆਪ ਜੀ ਦੇ ਸਾਹਮਣੇ ਕਈ ਵਾਰੀ ਗਣਕਾ ਦਾ ਉਦਾਹਰਣ ਧਰਿਆ ਹੈ। ਸਾਧ ਸੰਗਤ, ਗਣਕਾ ਉਹ ਸ਼ਖਸੀਅਤ ਹੈ ਜਿਹਨੂੰ ਸਾਰੀ ਦੁਨੀਆ ਬੋਲੀਆਂ ਮਾਰਦੀ ਹੈ, ਔਰ ਕੋਈ ਪਤਾ ਨਹੀਂ ਗਣਕਾ ਭਗਤ ਨਹੀਂ ਬਣ ਗਈ। ਔਰ ਸਾਡੇ ਕੋਲ ਤੇ ਇਤਿਹਾਸ ਦੇ ਵਿੱਚ ਬੜਾ ਤਕੜਾ ਪ੍ਰਮਾਣ ਹੈ। ਗੁਰੂ ਰਾਮਦਾਸ ਜੀ ਮਹਾਰਾਜ, ਭਾਈ ਜੇਠਾ ਜੀ, ਮਾਤਾ ਦਾ ਵੀ ਅਕਾਲ ਚਲਾਣਾ, ਪਿਤਾ ਦਾ ਵੀ ਅਕਾਲ ਚਲਾਣਾ। ਲੋਕੀ ਕੀ ਕਹਿੰਦੇ ਨੇ, ਵਿਚਾਰਾ ਪਤਾ ਨਹੀਂ ਕਿਵੇਂ ਪੜ੍ਹੇਗਾ, ਮਾਂ ਬਾਪ ਤੇ ਨਹੀਂ ਹਨ। ਪਤਾ ਨਹੀਂ ਰੋਟੀ ਕਿਵੇਂ ਖਾਏਗਾ, ਨਹੀਂ ਹਨ ਮਾਂ ਬਾਪ। ਪਤਾ ਨਹੀਂ ਇਹਦਾ ਅੱਗੇ ਘਰ ਪਰਿਵਾਰ ਸ਼ਾਦੀ ਕਿੱਥੇ ਹੋਏਗੀ, ਕੋਈ ਪਤਾ ਨਹੀਂ, ਇਹ ਨਹੀਂ ਪਤਾ। ਪਰ ਸਾਧ ਸੰਗਤ ਦੂਜੀ ਸਾਈਡ 'ਚ ਵੇਖੋ, ਰੱਬ ਦਾ ਕੀ ਪਤਾ ਹੈ। ਮਨੁੱਖ ਨੂੰ ਨਹੀਂ ਪਤਾ ਇਹਦੀ ਜ਼ਿੰਦਗੀ 'ਚ ਕੀ ਹੋਣਾ ਹੈ। ਇਸ ਕਰਕੇ ਇਹਨੂੰ ਨਿਰਮਾਣਤਾ 'ਚ ਰਹਿਣ 'ਚ ਫਾਇਦਾ ਹੈ। ਉੱਚਾ ਬੋਲਿਆ ਮਨੁੱਖ ਨੂੰ ਨੀਵਾਂ ਵੇਖਣਾ ਪੈਂਦਾ ਹੈ। ਅੱਜ ਨਹੀਂ ਵੇਖਣਾ ਪਏਗਾ, ਕੱਲ ਵੇਖਣਾ। ਕਿਉਂਕਿ ਬਾਣੀ ਇਹ ਕਹਿੰਦੀ ਹੈ, ਜਿਹੜੇ ਉੱਚਾ ਬੋਲਦੇ ਨੇ ਅੱਤ ਦਰਜੇ ਦੇ ਹੰਕਾਰੀ ਹੁੰਦੇ ਨੇ, ਔਰ ਹੰਕਾਰੀਆਂ ਦਾ ਰੱਬ ਨਾਲ ਵੈਰ ਪੈ ਜਾਂਦਾ ਹੈ। ਹੰਕਾਰੀਆਂ, ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਅੱਜ ਨਹੀਂ ਤੇ ਕੱਲ ਜ਼ਿੰਦਗੀ ਵਿੱਚ ਐਸਾ ਸਮਾਂ ਜ਼ਰੂਰ ਆਏਗਾ, ਨੀਵਾਂ ਵੇਖਣਾ ਪਏਗਾ, ਸੰਤੋਸ਼ ਵਿੱਚ ਰਹਿਣਾ ਪੈਂਦਾ ਹੈ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਹਾਂਗੀਰ ਦੇ ਜ਼ੁਲਮ ਦੇ ਅੱਗੇ ਝੁਕੇ ਨਹੀਂ। ਉਹ ਕਹਿ ਰਹੇ ਨੇ ਜਹਾਂਗੀਰ ਤੇਰੇ ਹੱਥ ਵਿੱਚ ਨਹੀਂ। ਪਰ ਜਹਾਂਗੀਰ ਇੱਕ ਗੱਲ ਯਾਦ ਰੱਖੀ,
ਜ਼ਿੰਦਗੀ ਵਿੱਚ ਤੈਨੂੰ ਦੁੱਖ ਬੜਾ ਭੋਗਣਾ, ਨੀਵਾਂ ਤੇ ਵੇਖਣਾ ਪਏਗਾ। ਅੱਜ ਨਹੀਂ ਵੇਖਣਾ ਪਏਗਾ, ਕੱਲ। ਅੱਜ ਸਾਰੀ ਦੁਨੀਆ ਉਹਨੂੰ ਨੀਵਾਂ ਵਿਖਾਉਂਦੀ ਹੈ, ਜਹਾਂਗੀਰ ਨੂੰ। ਅੱਜ ਔਰੰਗਜ਼ੇਬ ਨੂੰ ਸਾਰੀ ਦੁਨੀਆ ਨੀਵਾਂ ਵਿਖਾਉਂਦੀ ਹੈ। ਜਿਹੜੇ ਮਨੁੱਖਾਂ ਨੇ ਕਦੇ ਹੰਕਾਰ ਦੇ ਵਿੱਚ ਕੋਈ ਕਰਮ ਕੀਤੇ, ਅੱਜ ਤਾਈਂ ਉਹਨਾਂ ਦੀਆਂ ਆਤਮਾਵਾਂ ਨੂੰ ਗਾਲਾਂ ਪੈਂਦੀਆਂ ਨੇ। ਜੀਵ ਆਤਮਾਵਾਂ ਨੂੰ ਅੱਜ ਤਾਈਂ ਲੋਕੀ ਗਾਲਾਂ ਕੱਢਦੇ ਨੇ। ਸਾਧ ਸੰਗਤ ਯਾਦ ਰੱਖਣਾ, ਬ੍ਰਹਮ ਗਿਆਨੀ ਸਗਲ ਕੀ ਰੀਨਾ। ਜਿਹੜੇ ਪਰਮੇਸ਼ਰ ਨਾਲ ਜੁੜ ਗਏ ਨੇ, ਬਿਲਕੁਲ ਰੀਨਾ, ਸਭ ਦੇ ਪੈਰਾਂ ਦੀ ਮਿੱਟੀ। ਆਪਣੇ ਆਪ ਨੂੰ ਬਹੁਤ ਨਿਰਵਾਣਤਾ ਵਿੱਚ ਆਤਮ ਰਸ ਬ੍ਰਹਮ ਗਿਆਨੀ ਚੀਨਾ, ਕਿਉਂਕਿ ਉਹਨਾਂ ਨੂੰ ਆਤਮ ਰਸ ਮਿਲ ਗਿਆ ਹੈ। ਸਾਧ ਸੰਗਤ, ਇੱਕ ਹੁੰਦਾ ਕੰਨ ਰਸ, ਇੱਕ ਹੁੰਦਾ ਮਨ ਰਸ, ਇੱਕ ਹੁੰਦਾ ਆਤਮ ਰਸ। ਬੜੇ ਮਨੁੱਖ ਨੇ ਨਿੰਦਾ ਸੁਣ ਰਹੇ ਨੇ, ਚੁਗਲੀ ਸੁਣ ਰਹੇ ਨੇ, ਕੰਨ ਰਸ ਹੈ। ਕਥਾ ਸੁਣਨ ਆਏ ਹਨ, ਗੁਰਬਾਣੀ ਪੜ੍ਹ ਰਹੇ ਹਨ। ਜਦੋਂ ਤਾਈਂ ਪੜ੍ਹੀ ਹੈ ਉਦੋਂ ਤਾਈਂ ਯਾਦ ਹੈ, ਜਦੋਂ ਤਾਈਂ ਗੁਰਬਾਣੀ ਸੁਣੀ ਹੈ ਉਦੋਂ ਤਾਈਂ ਯਾਦ ਹੈ, ਜੋੜੇ ਪਾਉਂਦਿਆਂ ਪਾਉਂਦਿਆਂ ਭੁੱਲ ਗਈ। ਇਹ ਮਨ ਰਸ ਹੈ। ਜੋ ਕੁਝ ਸੁਣਿਆ ਉਹਨੂੰ ਮੰਨ ਵੀ ਲਿਆ ਹੈ, ਆਪਣੀ ਆਤਮਾ ਦੇ ਵਿੱਚ ਧਾਰਨ ਕਰ ਲਿਆ, ਇਹਨੂੰ ਆਤਮ ਰਸ ਕਹਿੰਦੇ ਨੇ। ਆਤਮ ਰਸ ਦੇ ਵਿੱਚ ਪ੍ਰਵਿਰਤ ਹੋ ਗਿਆ ਲੋਕ, ਇਹਨੂੰ ਲੋਕ ਆਤਮ ਰਸ ਦੀ ਉਪਾਧੀ ਦਿੰਦੇ ਹਨ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਾਧ ਸੰਗਤ, ਫਿਰ ਆਰੰਭ ਕਰੀਏ। ਆਤਮ ਰਸ ਜਿਹੜਾ ਹੈ ਇਹ ਕਿਸੇ ਕਿਸੇ ਨੂੰ ਪ੍ਰਾਪਤ ਹੁੰਦਾ ਹੈ, ਹਰ ਕਿਸੇ ਨੂੰ ਨਹੀਂ। ਆਤਮ ਰਸ ਦੀ ਪ੍ਰਾਪਤੀ ਦੇ ਲਈ ਮਨੁੱਖ ਨੂੰ ਕਠਨ ਜਪ ਔਰ ਬੇਨਤੀਆਂ, ਬਾਰ-ਬਾਰ ਬੇਨਤੀਆਂ, ਉਹਦੀ ਕਿਰਪਾ ਦੇ ਨਾਲ ਆਤਮ ਰਸ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਨੂੰ ਆਤਮ ਰਸ ਦੀ ਪ੍ਰਾਪਤੀ ਹੁੰਦੀ ਹੈ ਉਹਨਾਂ ਨੂੰ ਆਪਣੀ ਸ਼ਖਸੀਅਤ ਭੁੱਲ ਜਾਂਦੀ ਹੈ। ਜਿਨ੍ਹਾਂ ਨੂੰ ਆਤਮਾ ਦੇ ਰਸ ਦੀ ਪ੍ਰਾਪਤੀ ਹੋ ਗਈ, ਜਿਹੜੇ ਅੱਜ ਤਾਈਂ ਇਹ ਸਮਝਦੇ ਨੇ ਮੈਂ ਇੱਕ ਇਸਤਰੀ ਹਾਂ, ਮੈਂ ਇੱਕ ਪੁਰਸ਼ ਹਾਂ, ਇਸ ਚੀਜ਼ ਤੋਂ ਉੱਤੇ ਨਾ ਬੰਧਨ ਤੋੜ ਦਿੰਦੇ ਨੇ। ਇਹ ਵਾਲਾ ਜਿਨ੍ਹਾਂ ਨੂੰ ਆਤਮ ਰਸ ਦੀ ਪ੍ਰਾਪਤੀ ਹੋ ਗਈ। ਅੱਗੇ ਮਹਾਰਾਜ ਕਹਿੰਦੇ ਨੇ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ। ਜਿਹੜੇ ਪਰਮਾਤਮਾ ਦੇ ਦੱਸੇ ਮਾਰਗ ਤੇ ਤੁਰੇ, ਗੁਰੂ ਦੇ ਦੱਸੇ ਮਾਰਗ ਤੇ ਤੁਰੇ, ਉਹਨਾਂ ਦੀ ਇੱਕ ਹੋਰ ਵੀ ਨਿਸ਼ਾਨੀ ਹੈ, ਉਹਨਾਂ ਦੀ ਸਾਰਿਆਂ ਉੱਤੇ ਦਇਆ। ਇਹ ਨਹੀਂ ਹੈ ਜਿਹੜਾ ਕੋਈ ਰੁਪਈਆ ਦੇ ਗਿਆ ਉਹਦੀ ਅਰਦਾਸ ਹੋ ਗਈ ਹੈ, ਜਿਹੜਾ ਨਹੀਂ ਦੇ ਗਿਆ ਉਹਨੂੰ ਗਾਲਾਂ ਕੱਢਣੀਆਂ ਨੇ, ਐਸਾ ਨਹੀਂ ਹੈ। ਉਹ ਹਜੇ ਹੌਲੇ ਮਨੁੱਖ ਨੇ, ਜ਼ਿੰਦਗੀ ਵਿੱਚ ਪ੍ਰਾਪਤੀ ਕੁਛ ਨਹੀਂ ਹੈ। ਐਸਾ ਨਹੀਂ ਹੈ। ਉਹ ਮਨੁੱਖ ਜਿੰਨੇ ਦੇ ਕੋਈ ਸਮਾਨ ਸਮਾਜ ਦੇ ਵਿੱਚ ਧਾਰਾ ਦੇ ਦਿੱਤਾ ਹੈ, ਉਹਦੇ ਨਾਲ ਤੇ ਯਾਰੀ ਹੈ। ਜਿਹਨੇ ਕੁਛ ਮਾੜਾ ਕਹਿ ਦਿੱਤਾ ਉਹਨੂੰ ਡੰਗ ਲੈ ਕੇ ਫੜ ਕੇ ਖੜੇ ਹੋ ਗਏ ਨੇ। ਐਸੇ ਨਹੀਂ ਹਨ, ਉਹ ਤੇ ਹਜੇ ਸ਼ੁਰੂ ਹੀ ਨਹੀਂ ਹੋਏ। ਜਿਨ੍ਹਾਂ ਦੇ ਵਿੱਚ ਐਸੀ ਸ਼ਖਸੀਅਤ ਹੈ, ਇਹਦਾ ਮਤਲਬ ਉਹ ਵਪਾਰੀ ਨੇ, ਨਿਰੰਕਾਰੀ ਨਹੀਂ ਹਨ। ਔਰ ਬਹੁਤੀ ਦੁਨੀਆ ਵਪਾਰੀਆਂ ਦੀ ਹੈ। ਰਿਸ਼ਤੇ ਨਾਤੇ ਬਹੁਤੇ ਵਪਾਰ ਦੇ ਨੇ, ਕੁਛ ਲੈ ਰਹੇ ਹਾਂ ਕੁਛ ਦੇ ਰਹੇ ਹਾਂ, ਕੁਛ ਲੈ ਰਹੇ ਹਾਂ ਕੁਛ ਦੇ ਰਹੇ ਹਾਂ। ਜਿਸ ਦਿਨ ਲੈਣਾ ਦੇਣਾ ਖਤਮ ਹੋ ਜਾਂਦਾ ਹੈ, ਉਸ ਦਿਨ ਰਿਸ਼ਤਾ ਵੀ ਖਤਮ ਹੋ ਜਾਂਦਾ ਹੈ। ਯਾਦ ਰੱਖਣਾ ਸਾਧ ਸੰਗਤ, ਜਦੋਂ ਤਾਈਂ ਮਾਂ ਬਾਪ ਦਿੰਦੇ ਰਹਿੰਦੇ ਨੇ, ਸਾਰੇ ਨਾਲ ਨੇ। ਮਾਂ ਬਾਪ ਬਜ਼ੁਰਗ ਵੀ ਹੋ ਜਾਣ, ਬੱਚੇ ਮਾਂ ਬਾਪ ਕੁਛ ਦੇਣ ਨਾ, ਬੱਚੇ ਮਾਂ ਬਾਪ ਦੀਆਂ ਪੈਨਸ਼ਨਾਂ ਤੇ ਵੀ ਹੱਥ ਰੱਖ ਲੈਂਦੇ ਨੇ। ਉਹ ਕਿੱਥੇ ਹੈ? ਜਦੋਂ ਤਾਈਂ ਉਹ ਦੇ ਰਹੇ ਨੇ ਉਦੋਂ ਤੇ ਰਿਸ਼ਤਾ ਬਣਿਆ ਰਹਿੰਦਾ ਹੈ, ਉਹ ਕੱਢ ਦੇਣ ਰਿਸ਼ਤਾ ਖਤਮ। ਤੁਸੀਂ ਸਾਨੂੰ ਕੀ ਦਿੰਦੇ ਹੋ? ਸਭ ਭੁੱਲ ਜਾਂਦੇ ਨੇ। ਇਹ ਸਮਾਂ ਹੀ ਐਸਾ ਹੈ, ਇਹ ਵਰਤਾਰਾ ਹੀ ਐਸਾ ਹੈ। ਜਿਸ ਸਮੇਂ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ, ਪਰਮੇਸ਼ਰ ਦੀ ਬੰਦਗੀ ਨਹੀਂ, ਉਸ ਸਮੇਂ ਵਿੱਚ ਯਾਦ ਰੱਖਣਾ ਸਾਧ ਸੰਗਤ, ਸੱਚਿਆਂ ਨੂੰ ਝੂਠਾ ਬਣਾਇਆ ਜਾਏਗਾ, ਝੂਠਿਆਂ ਨੂੰ ਸੱਚਾ ਕੀਤਾ ਜਾਏਗਾ। ਪਾਗਲਾਂ ਦੀ ਪੂਜਾ ਹੁੰਦੀ ਹੈ, ਸੰਤਾਂ ਨੂੰ ਸੂਲੀਆਂ ਤੇ ਲਟਕਾਇਆ ਜਾਂਦਾ ਹੈ। ਇੱਥੇ ਪਾਗਲ ਉਪਾਧੀਆਂ ਤੇ ਬਹਿੰਦੇ ਨੇ, ਸੰਤ ਤੱਤੀਆਂ ਤਵੀਆਂ ਤੇ ਬਹਿੰਦੇ ਨੇ। ਸਮਾਂ ਹੀ ਐਸਾ ਹੈ, ਇਹ ਸਮਾਂ ਹੀ ਕਲਯੁਗ ਦਾ ਐਸਾ ਹੈ। ਮਨੁੱਖ ਦਾ ਦਿਮਾਗ ਹੀ ਐਸਾ ਹੋ ਗਿਆ ਹੈ। ਇੱਥੇ ਸਾਧ ਸੰਗਤ ਮਨੁੱਖ ਦੀ ਰੀਤ ਹੀ ਐਸੇ ਚੱਲ ਗਈ ਹੈ। ਇੱਥੇ ਸੰਤਾਂ ਦੇ ਨਾਲ ਅਨਰਥ ਹੁੰਦੇ ਨੇ। ਸੱਚ ਤੇ ਤੁਰਨ ਵਾਲਿਆਂ ਨੂੰ ਸੇਕ ਲੱਗਦਾ ਹੈ, ਝੂਠ ਤੇ ਤੁਰਨ ਵਾਲਿਆਂ ਨੂੰ ਹਾਰ ਪੈਂਦੇ ਨੇ। ਸਮਾਂ ਹੀ ਐਸਾ ਹੈ।
समय का वरतारा ही ऐसा है। साध संगत मनुख की शख्सियत ऐसी होगी, क्यों रब तो टुटिया, परमेश्वर तो टुटिया मनुख सिर्फ व्यापारी रह जाता है, होर कुछ नहीं। परमेश्वर तो टुटे मनुख के कोल सिर्फ व्यापार रह जाता है, बाकी सब कुछ वो गुरुद्वारे मंदिर मस्जिद भी व्यापार ही करता है, बाकी सब कुछ छड्डदा है। आत्म रस की प्राप्ति की तो गल ही दूर है। आत्मा का रस की हुंदा है, किवें माणिया जाता है, इहदी ते विचार ही नहीं हुंदी। मनुख अत दर्जे का व्यापारी अज बन चुकिया है। ਇਹਦਾ ਜਿਹਦੇ ਨਾਲ भी रिश्ता है, मैं कई बार बेनती की है, ਜਿਹੜਾ ਤੇ ਇਹਦਾ ਸਹਾਈ ਹੁੰਦਾ, ਭਾਵੇਂ ਇਹਦਾ गलत विचार भी है, गलत एजेंडे ਨੂੰ ਲੈ ਕੇ भी ਤੁਰ ਰਿਹਾ है। ਜਿਹੜਾ ਤੇ दोस्त गलत एजेंडे ਵਿੱਚ सहाई हो जाए वो तो मित्र है, ਜਿਹੜਾ गलत ਨੂੰ गलत कह देवे वो मित्र नहीं है, वो दुश्मन है। ऐसा समा है। इस करके साध संगत समा ये कहता है, मूर्खां दी सभा दे विच सियाणी गल करनी भी मूर्खता है। अज का समय ऐसा है, जिन्हें सच्ची गल कही उन्होंने तत्ती तवी ते बहना पै गया। साध संगत सच्चाई वाले मनुख का संत का इको ही कसूर हुंदा है कि वह बेकसूर हुंदा है। जेड़े बेकसूर ने वो कसूरवार बन जाते हैं। पर ब्रह्म ज्ञानी की है, सब ऊपर मया, कोई मारे कोई कुटे तां भी मया, ओदा भी भला, कोई ਉਹਦੇ विरोध में चल रहा तां भी भला, ਉਹਦੇ भले च चल रहा ਉਹਦਾ ते भला है ही। ब्रह्म ज्ञानी ते कछ बुरा ना पया, बाणी ते कहंदी परका बुरा ना राखो चीत, तुमको दुख नहीं पाई मीत। परमात्मा दे नाल जुड़े मनुख दी यह भी पछाण है, सारियां दे भले दी गल करेगा, कछ बुरा ना पया। अगे महाराज कहंदे ब्रह्म ज्ञानी सदा समदर्शी। साध संगत ये गल बहुत ही समझण योग है। ये गल मैं आप जी के सामने इतिहास के विचों प्रमाणिकता मिलती है। समदर्शी महाराज बाणी च कहंदे ने, गुरसिखा इक्को प्यार, गुर मित्ता पुत्ता भाइयां। जेड़े गुरसिख हुंदे ने उन्हां वास्ते अपने भरा दा प्रेम भी उन्ना ही है, दुनिया में अपने बच्चे का प्रेम भी उन्ना ही है, दूजे के बच्चे का प्रेम भी उन्ना ही है। जेड़े मनुख परमात्मा नाल जुड़ गए ने, अपना बच्चा तो बच्चा है ही, दूजे का बच्चा भी अपना बच्चा है। जेड़े परमेश्वर नाल जुड़ गए ने, अपना काम तो अपना है, दूजे का काम भी अपना है। मैं फिर कह दिया, अपना भला तो अपना है, दूजे का भला भी अपना है। ऐसे मनुखों वास्ते जिहदे विच हजे ये गुण नहीं आया, जिहदे विच हजे ये गल पैदा नहीं हुई, हजे वो ब्रह्म ज्ञान की अवस्था तो नहीं है परमेश्वर की। फिर कई बार ये सवाल उठता है, दुनिया दे विच रहना है, दुनिया में रहिंदे बहुत कुछ ऐसा करना पैंदा नहीं। साध संगत सच्चाई ते तुरन वाले नूं कदे सेक नहीं है। थोड़े दिन इवें लगता है सच्चाई डुब रही है, थोड़े दिन लगता है, क्योंकि जिहड़ा झूठ हुंदा है, जिहड़ा आर्टिफिशियल सोना हुंदा है, इक्को दम चमकदा है। थोड़े दिन लगता है सच्चाई नूं सेक है नहीं, पर सच्चाई सदा रहिंदी है। सच्चाई नूं कदे सेक नहीं। बाणी कहंदी कूड़ निखुट्टे नानका ओढ़क सच रही। सच्चाई की जित है, हमेशा जित है। अज दी नहीं, जदों दी दुनिया तुरी है, जित सच्चाई की हुंदी है, सदा तो हुंदी आई है, रहनी है। ब्रह्म ज्ञानी सदा समदर्शी। समदर्शी का मतलब बराबर अख नाल देखना। ਉਹਦੇ वास्ते ये नहीं मेरा धर्म वड्डा है दूजे का छोटा, नहीं, बराबर एक अख। ਉਹਦੇ वास्ते बस रब ही वड्डा है, बाकी सारे ही बराबर ने। समदर्शी उस मनुख वास्ते सारे बराबर ने। अपना भरा भी बराबर है, दूजे का भरा भी बराबर है। अपनी माँ तो माँ है, दूजे की माँ भी माँ है। अपना पिता तो पिता है, दूजे का पिता भी अपने पिता वर्गा है। ऐसा समदर्शी साध संगत। इस करके ऐसे मनुख मैं आप जी सामने, उन्हां दे विच गुरु ते चेले लई भी कोई फर्क नहीं, बस इक्को ही रहिंदा है। जिहदे विच गुण ने, जिहड़ा परमेश्वर नाल जुड़िया, उही उन्हां दा भरा है। और इस समदृष्टा की पछाण गुरु ग्रंथ साहब च है। इत्थे महाराज ने समदृष्टि, इत्थे मुसलमान नहीं है, बाबा फरीद बैठे ने। समदर्शी ब्रह्म ज्ञानी गुरु अर्जन साहब जी महाराज समदर्शी ने। उन्हां वास्ते बाबा फरीद मुसलमान नहीं है,
ਉਹਨਾਂ ਵਾਸਤੇ ਪਰਮਾਨੰਦ ਜੀ ਪੰਡਤ ਨਹੀਂ ਹਨ। ਜਿਹੜੇ ਮਨੁੱਖ ਹਜੇ ਪਰਮੇਸ਼ਰ ਦੇ ਰਾਹ ਤੇ ਨਹੀਂ ਤੁਰੇ, ਉਹਨਾਂ ਦੁਨੀਆ ਨੂੰ ਧਰਮਾਂ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ, ਅੱਜ ਤਾਈਂ ਕਰ ਰਹੇ ਨੇ। ਉਹਨਾਂ ਨੇ ਲੋਕਾਂ ਨੂੰ ਜਾਤ ਪਾਤ 'ਚ ਵੰਡਣ ਦੀ ਕੋਸ਼ਿਸ਼ ਕੀਤੀ, ਅੱਜ ਤਾਈਂ ਕਰ ਰਹੇ ਨੇ। ਉਹਨਾਂ ਨੇ ਲੋਕਾਂ ਨੇ ਧਰਮਾਂ ਦੇ ਵਰਤਾਰੇ ਫੈਲਾਏ, ਅੱਜ ਤਾਈਂ ਫੈਲਾਏ। ਦੁਨੀਆ ਨੂੰ ਲੜਵਾਉਣ ਦੀ ਕੋਸ਼ਿਸ਼ ਕੀਤੀ, ਅੱਜ ਤਾਈਂ ਕਰ ਰਹੇ ਨੇ। ਗੁਰੂ ਨੇ ਨਹੀਂ ਕੀਤੀ। ਸਮਦਰਸੀ ਗੁਰੂ ਵਾਸਤੇ ਜਿਹਦੇ ਵਿਚਾਰ ਚੰਗੇ ਨੇ ਉਹ ਗੁਰੂ ਦਾ ਮਿੱਤਰ ਹੈ। ਮਾਰ ਕੇ ਮੇਰਾ ਤੇ ਮਿੱਤਰ ਹੈ। ਸੋ ਸਖਾ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ, ਉਹੀ ਮੇਰਾ ਸਖਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਇਆ। ਸੋ ਸਖਾ ਉਹੀ ਮੇਰਾ ਮਿੱਤਰ ਹੈ, ਉਹੀ ਮੇਰਾ ਭਰਾ ਹੈ ਜਿਹੜਾ ਰੱਬ ਦੇ ਭਾਣੇ ਵਿੱਚ ਤੁਰੇ। ਔਰ ਯਾਦ ਰੱਖਣਾ ਸਾਧ ਸੰਗਤ, ਗੁਰੂ ਦੇ ਭਾਣੇ ਵਿੱਚ ਗੁਰੂ ਦਾ ਪੁੱਤਰ ਨਹੀਂ ਤੁਰਿਆ, ਕਹਿੰਦੇ ਤਾਂ ਮੇਰੇ ਅੱਖਾਂ ਸਾਹਮਣੇ ਨਹੀਂ ਹੋਣਾ। ਰਾਮ ਰਾਏ ਨੂੰ ਕਹਿ ਦਿੱਤਾ ਸੀ ਗੁਰੂ ਹਰਿਰਾਏ ਸਾਹਿਬ ਜੀ ਨੇ, ਮੇਰੇ ਸਾਹਮਣੇ ਨਾ ਲੱਗੀ, ਤੂੰ ਮੇਰਾ ਕੁਛ ਨਹੀਂ ਲੱਗਦਾ, ਚੱਲ ਇੱਥੋਂ, ਕਹਿ ਦਿੱਤਾ। ਸਮਦਰਸੀ ਇੱਕ ਸਿੱਖ ਗਲਤੀ ਕਰੇ ਤਾਂ ਵੀ ਉਨੀ ਸਜ਼ਾ ਹੈ, ਆਪਣਾ ਜੰਮਿਆ ਪੁੱਤਰ ਗਲਤੀ ਕਰੇ ਤਾਂ ਵੀ ਉਨੀ ਸਜ਼ਾ। ਸਮਦਰਸੀ ਸਮਦ੍ਰਿਸ਼ਟਾ ਲੋਕੀ ਆਪਣੇ ਬੱਚਿਆਂ ਦੀ ਗਲਤੀ ਨੂੰ ਛੁਪਾ ਲੈਂਦੇ ਨੇ, ਦੂਜਿਆਂ ਦੀ ਗਲਤੀ ਨੂੰ ਉਛਾਲਦੇ ਨੇ। ਉਹਨਾਂ ਅੰਦਰ ਸਮਦ੍ਰਿਸ਼ਟਾ ਨਹੀਂ, ਕਿਉਂਕਿ ਰੱਬ ਨਾਲ ਨਹੀਂ ਜੁੜੇ। ਆਪਣੇ ਬੱਚੇ ਦੀ ਗਲਤੀ ਗਲਤੀ ਨਹੀਂ ਹੁੰਦੀ, ਦੂਜੇ ਦੇ ਬੱਚੇ ਦੀ ਗਲਤੀ ਗਲਤੀ ਹੁੰਦੀ ਹੈ। ਯਾਦ ਰੱਖਣਾ, ਆਪਣੀ ਗਲਤੀ ਗਲਤੀ ਨਹੀਂ ਹੈ, ਦੂਜੇ ਦੀਆਂ ਗਲਤੀਆਂ ਗਲਤੀਆਂ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਸਮਦਰਸੀ ਹੁੰਦੇ ਨੇ। ਯਾਦ ਰੱਖਣਾ ਸਾਧ ਸੰਗਤ, ਗੁਰੂ ਨਾਨਕ ਸਾਹਿਬ ਜਿਸ ਦਿਨ ਗੁਰਤਾ ਗੱਦੀ ਦੇਣ ਲੱਗੇ, ਚੇਲੇ ਤੇ ਆਪਣੇ ਪੁੱਤਰਾਂ ਵਿੱਚ ਫਰਕ ਨਹੀਂ ਰੱਖਿਆ, ਸਮਦਰਸੀ। ਮਾਤਾ ਸੁਲੱਖਣੀ ਨੇ ਕਿਹਾ ਸੀ, ਮੇਰੇ ਪੁੱਤਰਾਂ ਵਿੱਚ ਕੀ ਫਰਕ ਹੈ, ਇਹਨਾਂ ਨੂੰ ਗੁਰਤਾ ਗੱਦੀ ਕਿਉਂ ਨਹੀਂ? ਮਹਾਰਾਜ ਕਹਿੰਦੇ ਮੈਂ ਪੁੱਤਰ ਵੇਖ ਕੇ ਗੁਰਤਾ ਗੱਦੀ ਨਹੀਂ ਦੇ ਰਿਹਾ, ਗੁਣ ਵੇਖ ਕੇ ਦੇ ਰਿਹਾ। ਗੁਣ ਲੈਣੇ ਵਿੱਚ ਨੇ ਤਾਂ ਗੁਰਤਾ ਗੱਦੀ ਮਿਲ ਰਹੀ ਹੈ। ਉਹਨਾਂ ਨੇ ਕਿਹਾ ਉਦਾਹਰਣ ਮੈਂ ਦੇ ਦੇਣਾ। ਉਦਾਹਰਣ ਕੀ? ਹੱਥ ਦੇ ਵਿੱਚ ਰੁਪਈਆ ਫੜਿਆ, ਮਾਤਾ ਜੀ ਦੇ ਸਾਹਮਣੇ ਕੀਤਾ, ਕਹਿੰਦੇ ਆਪਣੇ ਪੁੱਤਰਾਂ ਨੂੰ ਪੁੱਛੇ ਇਹਦੇ ਵਿੱਚ ਕੀ ਹੈ? ਬਾਬਾ ਸ੍ਰੀ ਚੰਦ ਕੀ ਹੈ ਇਹਦੇ ਵਿੱਚ? ਕਹਿੰਦੇ ਰੁਪਈਆ ਹੈ, ਹੋਰ ਕੀ ਹੋਣਾ? ਲక్ష్ਮੀ ਚੰਦ ਜੀ ਰੁਪਈਆ, ਹੋਰ ਕੀ ਹੋਣਾ? ਗੁਰੂ ਅੰਗਦ ਸਾਹਿਬ ਜੀ ਕੀ ਹੈ ਇਹਦੇ ਵਿੱਚ? ਮਹਾਰਾਜ ਇਹ ਨਾ ਪੁੱਛ ਤੇਰੀ ਮੁੱਠੀ ਵਿੱਚ ਕੀ ਨਹੀਂ ਹੈ, ਇਹ ਪੁੱਛ ਤੇਰੀ ਮੁੱਠੀ ਵਿੱਚ ਕੀ ਨਹੀਂ ਹੈ, ਇਹ ਪੁੱਛ। ਸੱਚੇ ਸਾਹਿਬਾ ਕਿਆ ਨਹੀਂ ਕਰਦੇ ਰਿਹਾ, ਕਰਤਾ ਤੇਰਾ ਸਭ ਕੁਛ ਹੈ। ਇਹ ਉਹਨਾਂ ਦਾ ਮਾਰਗ ਹੈ ਜਿਨ੍ਹਾਂ ਦਾ ਇੰਨਾ ਵਿਸ਼ਵਾਸ ਹੈ, ਰੱਬਾ ਇਹ ਨਾ ਪੁੱਛ ਤੇਰੇ ਘਰ ਕੀ ਨਹੀਂ ਹੈ, ਇਹ ਐਵੇਂ ਕਰੋ ਗੱਲ, ਤੇਰੇ ਘਰ ਕੀ ਨਹੀਂ ਹੈ ਉਹ ਮੈਨੂੰ ਦੱਸ। ਤੇਰੇ ਗਲਾਵੇ ਵਿੱਚ ਕੀ ਨਹੀਂ, ਇਹ ਗੱਲ ਨਹੀਂ ਹੈ। ਤੇਰੇ ਕੋਲ ਕੀ ਨਹੀਂ ਹੈ, ਇਹ ਮੈਨੂੰ ਦੱਸ। ਸਾਧ ਸੰਗਤ ਇਸ ਕਰਕੇ ਸਮਦਰਸੀ ਗੁਰਤਾ ਗੱਦੀ ਦੇਣ ਲੱਗਿਆ ਕਦੇ ਪੁੱਤਰ ਦਾ ਮੋਹ ਨਹੀਂ ਹੈ, ਨਾ ਚੇਲੇ ਦਾ। ਬਰਾਬਰ ਜਿਹਦੇ ਵਿੱਚ ਗੁਣ ਨੇ ਉਹਨੂੰ ਗੁਰਤਾ ਗੱਦੀ ਹੈ। ਗੁਰੂ ਅੰਗਦ ਸਾਹਿਬ ਜੀ ਵੀ ਆਪਣੇ ਪੁੱਤਾਂ ਨੂੰ ਨਹੀਂ, ਜਿਹਦੇ ਅੰਦਰ ਸੇਵਾ ਹੈ, ਜਿਹਦੇ ਅੰਦਰ ਸਿਮਰਨ ਹੈ, ਉਹਨੂੰ ਉਪਾਧੀਆਂ ਨਹੀਂ। ब्रह्म ज्ञानी सदा समदर्शी, ब्रह्म ज्ञानी की दृष्ट अमृत वरसी। ਉਹਦੀ ਦ੍ਰਿਸ਼ਟੀ ਦੇ ਵਿੱਚੋਂ ਹਮੇਸ਼ਾ ਗਿਆਨ ਹੀ ਵਰਸਦਾ ਰਹਿੰਦਾ ਹੈ। ਉਹਦੀ ਦ੍ਰਿਸ਼ਟੀ ਮੈਲੀ ਨਹੀਂ ਹੈ। ਉਹ ਜਿੱਧਰ ਨੂੰ ਵੀ ਵੇਖਦਾ ਹੈ, ਸਮਝ ਨੂੰ ਵੇਖਦਾ ਹੈ, ਗਿਆਨ ਨੂੰ ਵੇਖਦਾ ਹੈ, ਸਮਝ ਆਉਂਦੀ ਹੈ ਉਹਨੂੰ। ਉਹਦੀਆਂ ਅੱਖਾਂ ਦੇ ਵਿੱਚੋਂ ਹਮੇਸ਼ਾ ਅੰਮ੍ਰਿਤ ਟਪਕਦਾ ਰਹਿੰਦਾ ਹੈ, ਭਾਵ ਉਹਦੀਆਂ ਅੱਖਾਂ ਦੇ ਵਿੱਚ ਇੱਕ ਅਗੰਮੀ ਜੋਤ ਹੁੰਦੀ ਹੈ। ਸਾਧ ਸੰਗਤ, ਜਿਹੜਾ ਮਨੁੱਖ ਚੱਲ ਪਿਆ ਨਾ ਰੱਬ ਦੇ ਰਾਹ ਤੇ, ਉਹਦੀਆਂ ਅੱਖਾਂ ਹੀ ਦੱਸ ਦਿੰਦੀਆਂ ਨੇ ਕਿੱਥੇ ਹੈ। ਉਹਦੀਆਂ ਅੱਖਾਂ ਵਿੱਚ ਸਹਿਜਤਾ ਹੁੰਦੀ ਹੈ। ਵਿਕਾਰੀ ਮਨੁੱਖ ਦੀ ਅੱਖਾਂ ਵਿੱਚ ਹੀ ਚੰਚਲਤਾ ਹੁੰਦੀ ਹੈ। ਸਾਧ ਸੰਗਤ, ਸਾਰਾ ਸਰੀਰ ਝੂਠ ਬੋਲ ਸਕਦਾ ਹੈ, ਅੱਖਾਂ ਝੂਠ ਨਹੀਂ ਬੋਲਦੀਆਂ। ਕਿਸੇ ਨੂੰ ਪਛਾਣਨਾ ਹੋਏ, ਸਾਰੇ ਕਈ ਵਾਰੀ ਹੱਥ ਝੂਠ ਬੋਲ ਸਕਦੇ ਨੇ, ਕਰਮ ਝੂਠ ਬੋਲ ਸਕਦੇ ਨੇ, ਅੱਖਾਂ ਝੂਠ ਨਹੀਂ ਬੋਲਣਗੀਆਂ। ਇਸ ਕਰਕੇ ਸਿਆਣੇ ਮਨੁੱਖ ਅੱਖਾਂ ਤੋਂ ਪਛਾਣ ਜਾਂਦੇ ਨੇ, ਅੱਖਾਂ ਕਦੇ ਝੂਠ ਨਹੀਂ ਬੋਲਦੀਆਂ। ਇਸ ਕਰਕੇ ਜਿਹੜੇ ਬ੍ਰਹਮ ਗਿਆਨੀ ਨੇ, ਉਹਨਾਂ ਦੀਆਂ ਅੱਖਾਂ ਦੇ ਵਿੱਚ ਹੀ ਵੇਖਣ ਦੀ ਲੋੜ ਹੈ। ਅੱਖਾਂ ਦੇ ਵਿੱਚ ਚੰਚਲਤਾ ਨਹੀਂ ਹੁੰਦੀ, ਨਿਰਮਾਣਤਾ ਹੁੰਦੀ ਹੈ। ਮਹਾਰਾਜ ਕੇ ਕਹਿੰਦੇ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਇਹ ਬੜੀ ਸਮਝਣ ਦੀ ਗੱਲ। ਬ੍ਰਹਮ ਗਿਆਨੀ ਬੰਧਨਾਂ ਤੋਂ ਮੁਕਤ ਹੁੰਦਾ। ਬੰਧਨ ਕੀ ਨੇ? ਧਰਮ ਦਾ ਬੰਧਨ, ਜਾਤ ਦਾ ਬੰਧਨ, ਆਪਣੀ ਗੋਦ ਦਾ ਬੰਧਨ,
ਇਹ ਤੋਂ ਅਗਾਂਹ ਚਲੀਏ ਆਪਣੇ ਸਰੀਰ ਦਾ ਬੰਧਨ, ਮੈਂ ਪੁਰਸ਼ ਹਾਂ ਉਹ ਇਸਤਰੀ ਹੈ। ਇਹ ਤੋਂ ਅੱਗੇ ਬੰਧਨਾਂ ਤੇ ਚਲੀਏ ਪੰਜਾਂ ਵਿਕਾਰਾਂ ਦਾ ਬੰਧਨ, ਜੀਵ ਆਤਮਾ ਤੇ ਲੱਗੇ ਹੋਏ ਵਿਕਾਰਾਂ ਦਾ ਬੰਧਨ, ਇਹ ਸਾਰੇ ਬੰਧਨ ਨੇ। ਬਾਣੀ ਤੇ ਕਹਿੰਦੀ ਨਾਨਕ ਔਗਣ ਜਿਤੜੇ ਤੇਤੇ ਗਲੀ ਜੰਜੀਰ। ਜਿੰਨੇ ਵੀ ਔਗਣ ਨੇ ਸਾਰੇ ਹੀ ਬੰਧਨ ਨੇ। ਉਹ ਬੰਧਨਾਂ ਤੋਂ ਮੁਕਤ ਹੁੰਦਾ ਹੈ, ਧਰਮਾਂ ਤੋਂ ਉੱਤੇ ਹੁੰਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਨੇ ਸਿੱਖ ਨੂੰ ਬਣਾਇਆ। ਸਿੱਖ ਕੌਣ ਹੈ? ਇਹ ਗੱਲ ਸਮਝਣ ਦੀ ਹੈ। ਧਰਮਾਂ ਦੇ ਵਿੱਚ ਦੁਨੀਆ ਨਹੀਂ ਵੰਡੀ ਜਾਏਗੀ, ਸ਼ਖਸੀਅਤ ਉੱਤੇ, ਧਰਮ ਤੋਂ ਉੱਤੇ ਉੱਠਣਾ ਜਿਹਨੇ। ਬਾਕੀ ਸਾਰੇ ਰਾਸਤੇ ਨੇ, ਨਦੀਆਂ ਜਾਂਦੀਆਂ ਇੱਕੋ ਥਾਂ ਨੇ। ਸਾਰੀਆਂ ਨਦੀਆਂ ਤੁਰਦੀਆਂ ਨੇ, ਪਰ ਨਦੀਆਂ ਦਾ ਪਹੁੰਚਣਾ ਸਮੁੰਦਰ ਵਿੱਚ ਹੁੰਦਾ। ਸਾਧ ਸੰਗਤ ਸਮੁੰਦਰ ਵਿੱਚ ਜਾ ਕੇ ਸਮਾ ਜਾਂਦੀਆਂ ਨੇ। ਇਸ ਕਰਕੇ ਜਿਹੜੇ ਮਨੁੱਖ ਬ੍ਰਹਮ ਗਿਆਨ ਤੇ ਪਹੁੰਚ ਜਾਂਦੇ ਨੇ, ਇੰਨੀ ਸਮਝ ਦੇ ਮਾਲਕ ਉਹ ਬਣ ਜਾਂਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿਹੜੇ ਧਰਮ ਨੂੰ ਕਿਉਂ ਚਲਾਇਆ ਗਿਆ। ਉਹ ਕਿਸੇ ਦੀ ਨਿੰਦਾ ਬਦਕੋਈ ਵਿੱਚ ਨਹੀਂ ਪੈਂਦੇ। ਜਿਹੜੇ ਹਜੇ ਤਾਈਂ ਕਿਸੇ ਅਵਤਾਰ ਦੀ, ਕਿਸੇ ਧਰਮ ਦੀ ਔਰ ਕਿਸੇ ਮਨੁੱਖ ਦੀ ਨਿੰਦਾ ਵਿੱਚ ਪਏ ਹੋਏ ਨੇ, ਹਜੇ ਤੁਰੇ ਹੀ ਨਹੀਂ। ਔਰ ਸਾਧ ਸੰਗਤ, ਨਿੰਦਾ ਸਭ ਤੋਂ ਵੱਡਾ ਔਗਣ ਹੈ, ਇਹ ਬੰਧਨ ਹੈ ਸਭ ਤੋਂ ਵੱਡਾ। ਔਰ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ, ਮੈਂ ਸਾਰੀਆਂ ਚੀਜ਼ਾਂ ਦਾ ਇਲਾਜ ਕਰ ਸਕਦਾ, ਮੇਰੇ ਕੋਲ ਨਿੰਦਕ ਦੀ ਦਵਾਈ ਨਹੀਂ ਹੈ। ਔਖਦ ਸਭੇ ਕੀਤੀਆਂ ਨਿੰਦਕ ਕਾ ਦਾਰੂ ਨਾ ਹੈ। ਨਿੰਦਕ ਦੀ ਦਵਾਈ ਤੇ ਗੁਰੂ ਦੇ ਕੋਲ ਵੀ ਨਹੀਂ ਹੈ। ਮਹਾਰਾਜ ਕਹਿੰਦੇ ਸਾਰੇ ਰੋਗਾਂ ਦੀ ਦਵਾਈ ਹੈ, ਨਿੰਦਾ ਕਰਨ ਵਾਲੇ ਦੀ ਦਵਾਈ ਮੇਰੇ ਘਰ ਵਿੱਚ ਨਹੀਂ ਹੈ। ਕੀ ਕਰੀਏ? ਨਿੰਦਾ ਵਾਲਾ ਟਿਕਦਾ ਹੀ ਨਹੀਂ। ਨਿੰਦਾ ਵਾਲੇ ਦਾ ਕੰਮ ਹੀ ਨਿੰਦਾ ਕਰਨਾ ਹੈ। ਔਰ ਨਿੰਦਾ ਹਮੇਸ਼ਾ ਆਪਣੇ ਤੋਂ ਉਤਕ੍ਰਿਸ਼ਟ ਮਨੁੱਖ ਦੀ ਹੁੰਦੀ ਹੈ, ਸ੍ਰੇਸ਼ਟ ਮਨੁੱਖ ਦੀ। ਨੀਵੇਂ ਦੀ ਕੌਣ ਨਿੰਦਾ ਕਰਦਾ ਹੈ? ਨਿੰਦਾ ਮਨੁੱਖ ਕਿਹਦੀ ਕਰੇਗਾ? ਜਿਹੜਾ ਆਪਣੇ ਤੋਂ ਉੱਚਾ ਹੋਏਗਾ। ਨੀਵੇਂ ਦੀ ਕੌਣ ਨਿੰਦਾ ਕਰੇਗਾ? ਅਤੇ ਕਦੀ ਵੇਖਣਾ ਆਪ ਦੀ ਨਿੰਦਾ ਹੁੰਦੀ ਹੈ ਜਿਹੜਾ ਪਦਵੀ ਤੇ ਬੈਠਾ ਹੈ, ਕਿਸੇ ਸਰਕਾਰ ਦੀ ਨਿੰਦਾ ਹੋਏਗੀ। ਜਿਹੜੇ ਮਨੁੱਖ ਓਪੋਜੀਸ਼ਨ 'ਚ ਬੈਠੇ ਨੇ ਉਹਨਾਂ ਦੀ ਨਿੰਦਾ ਕੌਣ ਕਰਦਾ? ਕੋਈ ਵੀ ਨਹੀਂ ਕਰਦਾ। ਨਿੰਦਾ ਉਹਨਾਂ ਦੀ ਹੁੰਦੀ ਹੈ। ਮਨੁੱਖ ਉਸ ਮਨੁੱਖ ਦੀ ਨਿੰਦਾ ਕਰਦਾ ਹੈ ਜਿਹੜਾ ਉਹਨੂੰ ਲੱਗੇ ਇਤੋਂ ਸ੍ਰੇਸ਼ਟ ਹੈ, ਇਤੋਂ ਵੱਡਾ ਹੈ। ਆਪਣੇ ਤੋਂ ਨੀਵੇਂ ਵਾਸਤੇ ਤਾਂ ਉਹ ਤਰਸ ਕਰਦਾ ਹੈ ਵੀ ਮੇਰੇ ਤੋਂ ਛੋਟਾ ਹੈ। ਜੇ ਨੀਵਾਂ ਉੱਤੇ ਜਾਏਗਾ ਫਿਰ ਉਹਦੀ ਨਿੰਦਾ ਕਰੇਗਾ, ਆਪਣੇ ਤੋਂ ਉੱਚੇ ਦੀ। ਯਾਦ ਰੱਖਣਾ, ਅਕਸਰ ਮਨੁੱਖ ਉਹਨਾਂ ਪੜੋਸੀਆਂ ਦੀ ਨਿੰਦਾ ਕਰਦਾ ਜਿਹੜੇ ਇਤੋਂ ਉੱਚੇ ਨੇ। ਜਿਹੜੇ ਪੜੋਸੀ ਇਤੋਂ ਥੱਲੇ ਨੇ ਉਹਨਾਂ ਲਈ ਤੇ ਦਇਆ ਕਰਦਾ ਹੈ। ਮਨੁੱਖ ਉਹਨਾਂ ਰਿਸ਼ਤੇਦਾਰਾਂ ਦੀ ਨਿੰਦਾ ਕਰੇਗਾ ਜਿਹੜੇ ਇਤੋਂ ਉੱਤੇ ਨੇ। ਜਿਹੜੇ ਇਤੋਂ ਥੱਲੇ ਨੇ ਉਹਨਾਂ ਦੀ ਕੋਈ ਨਿੰਦਾ ਨਹੀਂ, ਉਹਨਾਂ ਵਾਸਤੇ ਸਿਰਫ ਤਰਸ। ਇਸ ਕਰਕੇ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਜੁਗਤ ਉਹਦੀ ਨਿਰਮਲ ਹੈ, ਉਹਦਾ ਰਹਿਣਾ ਨਿਰਮਲ ਹੈ, ਉਹਦਾ ਖਾਣਾ ਨਿਰਮਲ ਹੈ, ਉਹਦਾ ਸੌਣਾ ਸਭ ਕੁਝ ਨਿਰਮਲ। ਉਹਨਾਂ ਦਾ ਖਾਣਾ ਪੀਣਾ ਸਭ ਪਵਿੱਤਰ ਹੈ। ਸਾਧ ਸੰਗਤ, ਜੇ ਜੁਗਤ ਹੀ ਨਿਰਮਲ ਨਹੀਂ, ਜੇ ਰਹਿਣਾ ਹੀ ਨਿਰਮਲ ਨਹੀਂ, ਫਿਰ ਉਹ ਕਾਹਦਾ ਬ੍ਰਹਮ ਗਿਆਨੀ ਹੋਇਆ? ਉਹ ਤੇ ਆਪਣੇ ਖਾਣ ਨੂੰ ਵੀ ਪੂਰੇ ਸੰਮਿਲਿਤ ਆਹਾਰ, ਸਮਿਕ ਆਹਾਰ ਖਾਏਗਾ। ਤੁਸੀਂ ਉਹਦੇ ਖਾਣ ਨੂੰ ਵੇਖ ਕੇ ਪਛਾਣ ਜਾਓਗੇ ਇਹ ਕਿੱਥੇ ਪਹੁੰਚਿਆ ਹੈ। ਜੇ ਉਹਦੇ ਖਾਣ ਦੇ ਵਿੱਚ ਸੰਜਮ ਨਹੀਂ, ਫਿਰ ਹਜੇ ਕਿਤੇ ਵੀ ਨਹੀਂ ਹੈ। ਜੇ ਉਹਦੇ ਪਾਉਣ ਵਿੱਚ, ਉਹਦੇ ਰਹਿਣ ਵਿੱਚ ਸੰਜਮ ਨਹੀਂ, ਉਹਦੇ ਬੋਲਣ ਵਿੱਚ ਸੰਜਮ ਨਹੀਂ, ਉਹਦੇ ਸੁਣਨ ਵਿੱਚ ਸੰਜਮ ਨਹੀਂ, ਅਜੇ ਬ੍ਰਹਮ ਗਿਆਨੀ ਨਹੀਂ ਹੈ। ਬ੍ਰਹਮ ਗਿਆਨੀ ਮਨੁੱਖ ਦੇ ਸੁਣਨ ਵਿੱਚ ਵੀ ਸੰਜਮ ਹੈ। ਕਿਸੇ ਦੀ ਨਿੰਦਾ ਨਹੀਂ ਸੁਣੇਗਾ, ਦੂਰ ਕਰ ਦੇਗਾ। ਅੱਗੇ ਅੰਤ ਦੇ ਵਿੱਚ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਭੋਜਨ ਕਿਹੜਾ ਛਕਦਾ ਹੈ? ਵੈਸੇ ਤਾਂ ਰੋਟੀ ਤੇ ਉਹ ਖਾਂਦੇ ਹੀ ਨੇ, ਪਰ ਜਿਵੇਂ ਮਨੁੱਖ ਕਿਸੇ ਦੀ ਨਿੰਦਾ ਸੁਣ ਲੈਂਦਾ, ਐਸੇ ਬਚਨ ਨਹੀਂ ਸੁਣਦੇ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਉਹਦਾ ਸਿਰਫ ਭੋਜਨ ਸਤ ਸੰਗਤ ਹੈ, ਹੋਰ ਕੁਝ ਨਹੀਂ ਉਹ ਵੇਖਦਾ। ਬ੍ਰਹਮ ਗਿਆਨੀ ਮਨੁੱਖ ਸਿਰਫ ਸਤ ਸੰਗਤ ਵਿੱਚ ਬੈਠਦਾ ਹੈ, ਹੋਰ ਕੋਈ ਭੋਜਨ ਆਪਣੇ ਕੰਨਾਂ ਦੁਆਰਾ ਮੰਨ ਹੀ ਨਹੀਂ ਸਕਦਾ। ਕੋਈ ਕਿਸੇ ਦੀ ਈਰਖਾ ਕਰ ਰਿਹਾ ਹੈ, ਚੁਗਲੀ ਕਰ ਰਿਹਾ ਹੈ, ਕੀ ਗੱਲ ਕਿ ਭਾਈ ਮੇਰੇ ਕੋਲ ਕਰਨ ਦੀ ਲੋੜ ਨਹੀਂ ਹੈ, ਉੱਠ ਕੇ ਜਾ ਇੱਥੋਂ। ਆਪਣੇ ਕਰਮ ਤੇ ਤੂੰ ਨਾਸ ਕੀਤੇ ਹੋਏ ਨੇ, ਪਹਿਲਾਂ ਪਤਾ ਨਹੀਂ ਕਿੰਨੇ ਕਰਮਾਂ ਦਾ ਫੜਿਆ, ਇਸ ਜੂਨ 'ਚ ਤੁਰਿਆ ਫਿਰਦਾ। ਇਹ ਮਨੁੱਖਾ ਜੂਨ 'ਚ ਆਇਆ, ਪਤਾ ਨਹੀਂ ਕਿੰਨੇ ਕਰਮਾਂ ਦਾ ਫੜਿਆ, ਹੁਣ ਫਿਰ ਕਿਸੇ ਦੇ ਇਸੇ ਕੰਮ ਤੇ ਤੁਰ ਪਿਆ। ਮੇਰੇ ਕੋਲ ਬਹਿਣ ਦੀ ਲੋੜ ਨਹੀਂ ਹੈ। ਬਾਣੀ ਤੇ ਕਹਿੰਦੀ ਹੈ ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆ ਉਸ ਦਾ ਸਭ ਗਿਆ। ਜੋ ਕੁਛ ਉਹਨੇ ਅੱਜ ਤਾਈਂ ਕੀਤਾ ਸਾਰਾ ਹੀ ਗਿਆ, ਉਹਦਾ ਕੁਛ ਨਹੀਂ ਰਿਹਾ। ਜਿਸ ਨੇ ਚੁਗਲੀ ਕੀਤੀ, ਗੁਰਦੁਆਰੇ ਮੱਥਾ ਟੇਕਿਆ, ਸਵੇਰੇ ਚੰਗਾ ਕੰਮ ਕੀਤਾ, ਘਰ ਜਾ ਕੇ ਚੁਗਲੀ ਕਰ ਲਈ, ਉਹ ਵੀ ਗਿਆ। ਇੱਥੇ ਆ ਕੇ ਚੰਗਾ ਕਰਮ ਕੀਤਾ, 20 ਸਾਲ ਤੋਂ ਆ ਰਿਹਾ, ਰੋਜ਼ ਮੱਥਾ ਟੇਕਦਾ,
ਜੇ ਅਜੇ ਤਾਈਂ ਬਦਲਾਅ ਨਹੀਂ ਨਾ ਆਇਆ, ਆਪਣੇ ਆਪ ਨੂੰ ਵੇਖਣਾ ਚਾਹੀਦਾ ਕਿਤੇ ਮੈਂ ਆਪਣੇ ਆਪ ਨੂੰ ਧਨ ਗਵਾ ਤੇ ਨਹੀਂ ਰਿਹਾ। ਸਾਧ ਸੰਗਤ, ਇੱਕ ਮਨੁੱਖ ਰੋਜ਼ 100 ਰੁਪਇਆ ਕਮਾਏ ਤੇ 100 ਹੀ ਡਾ ਦੇ ਤੇ 10 ਸਾਲਾਂ ਬਾਅਦ ਕੇ ਪੈਸਾ ਤੇ ਜੁੜਿਆ ਹੀ ਨਹੀਂ। ਅਗਲਾ ਕਹੇਗਾ ਇਹ ਵੇਖ ਜੋੜਿਆ ਹੈ, 100 ਕਮਾਉਂਦਾ ਸੀ 100 ਹੀ ਡਾ ਦਿੰਦਾ, ਜੁੜਨਾ ਕੀ ਹੈ। ਮਨੁੱਖ ਰੋਜ਼ ਗੁਰਦੁਆਰੇ ਆਉਂਦਾ ਹੈ, ਮੱਥਾ ਟੇਕਦਾ, ਸੇਵਾ ਕਰਦਾ ਹੈ, ਘਰ ਜਾ ਕੇ ਨਿੰਦਾ ਚੁਗਲੀ ਵੀ ਕਰ ਲੈਂਦਾ ਹੈ, ਜੋ ਕੁਝ ਕਮਾਇਆ ਸਭ ਗਿਆ। ਇੱਕ ਕਦਮ ਅੱਗੇ ਤੁਰਿਆ ਫਿਰ ਪਿੱਛੇ ਧਰ ਲਿਆ। ਰੋਜ਼ ਸਵੇਰੇ ਉੱਠ ਕੇ ਇੱਕ ਕਦਮ ਅੱਗੇ ਧਰਦਾ ਹੈ, ਸ਼ਾਮ ਨੂੰ ਪਿੱਛੇ ਧਰ ਲੈਂਦਾ ਹੈ। ਫਿਰ ਅਗਲੇ ਦਿਨ ਪੁੱਛਦਾ ਮੈਂ ਕਿਤੇ ਪਹੁੰਚਿਆ ਨਹੀਂ। ਪਹੁੰਚਣਾ ਕੀ, ਤੁਰਿਆ ਹੀ ਨਹੀਂ। ਜਿਹੜੇ ਤੁਰੇ ਹੀ ਨਹੀਂ ਪਹੁੰਚਣਗੇ ਕਿੱਥੇ, ਕਿਤੇ ਵੀ ਨਹੀਂ। ਇਸ ਕਰਕੇ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਨਿੰਦਾ ਨਹੀਂ ਸੁਣੇਗਾ, ਚੁਗਲੀ ਨਹੀਂ ਸੁਣੇਗਾ। ਕਹਿੰਦਾ ਮੇਰੇ ਸਾਹਮਣੇ ਤੇ ਕਰਨ ਦੀ ਲੋੜ ਨਹੀਂ ਹੈ। ਰੱਬ ਦੇ ਹੁਕਮ ਵਿੱਚ ਜੋ ਜੋ ਕਰ ਰਿਹਾ ਉਹਨੂੰ ਕਰਨ ਦਿਓ, ਉਹਦੇ ਹੁਕਮ ਵਿੱਚ ਹੈ, ਹੁਕਮ ਤੋਂ ਬਾਹਰ ਤੇ ਕੁਝ ਵੀ ਨਹੀਂ। ਬਾਣੀ ਤੇ ਇਹ ਕਹਿੰਦੀ ਹੈ ਉਹਨਾਂ ਤੇ ਤਰਸ ਖਾਣਾ ਚਾਹੀਦਾ ਹੈ, ਉੱਤੇ ਕੰਮ ਹੋਏ ਲਾਵਿਆ। ਉਹ ਰੱਬ ਨੇ ਉਹੋ ਜਿਹੇ ਕੰਮ ਲਾਏ ਹੋਏ ਨੇ। ਬਾਣੀ ਦੇ ਵੀ ਕਹਿੰਦੇ ਉਹਨਾਂ ਤੇ ਤਰਸ ਕਰੋ। ਉਹਨਾਂ ਨੂੰ ਕੰਮ ਹੀ ਰੱਬ ਨੇ ਬਖਸ਼ਿਆ। ਕਿਸੇ ਨੂੰ ਪਰਮਾਤਮਾ ਨੇ ਕੰਮ ਬਖਸ਼ਿਆ ਰੱਬ ਦੇ ਗੁਣ ਗਾਉਣ ਦਾ, ਕਿਸੇ ਨੂੰ ਰੱਬ ਨੇ ਕੰਮ ਬਖਸ਼ਿਆ ਪਰਮਾਤਮਾ ਦੀ ਨਿੰਦਾ ਕਰਨ ਦਾ। ਕਿਸੇ ਨੂੰ ਪਰਮਾਤਮਾ ਨੇ ਕੰਮ ਬਖਸ਼ਿਆ ਭਗਤਾਂ ਦੇ ਗੁਣ ਗਾਉਣ ਦਾ, ਕਿਸੇ ਨੂੰ ਕੰਮ ਬਖਸ਼ਿਆ ਭਗਤਾਂ ਦੀ ਨਿੰਦਾ ਕਰਨ ਦਾ। ਐਸੇ ਹੈ ਨੇ। ਬਾਣੀ ਕਹਿੰਦੀ ਤਰਸ ਖਾਓ ਉਹਨਾਂ ਤੇ, ਉਹ ਐਸਾ ਕੰਮ ਉਹਨਾਂ ਨੂੰ ਬਖਸ਼ਿਆ ਹੋਇਆ ਰੱਬ ਨੇ, ਉਹਨਾਂ ਤੋਂ ਦੂਰ ਰਹੋ। ਬਾਣੀ ਤੇ ਕਹਿੰਦੀ ਹੈ ਉਹਨਾਂ ਦੇ ਕੋਲ ਬਹਿਣ ਦੀ ਲੋੜ ਨਹੀਂ, ਦੂਰ ਰਹੋ ਬਸ। ਜੇ ਨੇੜੇ ਜਾਓਗੇ, ਕੋਇਲੇ ਦੇ ਨੇੜੇ ਜਾਓਗੇ, ਕਾਲਾ ਕਰ ਦੇਗਾ। ਜਿਹੜੇ ਲੋਕ ਕੋਇਲੇ ਦੀ ਦਲਾਲੀ ਕਰਦੇ ਨੇ ਉਹਨਾਂ ਦੇ ਕੱਪੜੇ ਕਾਲੇ ਹੀ ਰਹਿੰਦੇ ਨੇ। ਸਾਧ ਸੰਗਤ, ਉਹਨਾਂ ਦੇ ਕੋਲ ਜਾਵਾਂਗੇ, ਉਸ ਵੀ ਲੱਛਣ ਲਾਇਆ, ਉਹਨੂੰ ਵੀ ਲੱਛਣ ਲਾ ਜਾਣਗੇ ਜਿਹੜਾ ਉਹਦੇ ਕੋਲ ਜਾਏਗਾ। ਇਸ ਕਰਕੇ ਮਹਾਰਾਜ ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ। ਡਰ ਕੇ ਰਹਿਣਾ ਚਾਹੀਦਾ, ਡਰ ਕੇ ਨਹੀਂ, ਉਹਨਾਂ ਤੋਂ ਦੂਰ। ਡਰਾਨੇ ਦਾ ਮਤਲਬ ਦੂਰ ਰਹਿਣਾ ਚਾਹੀਦਾ। ਉਹਨਾਂ ਦੇ ਨੇੜੇ ਲੱਗਣ ਦੀ ਲੋੜ ਨਹੀਂ। ਉਹਨੂੰ ਵੀ ਲੱਛਣ ਲਾ ਦੇਣਗੇ, ਆਪਣੇ ਵਰਗਾ ਬਣਾ ਦੇਣਗੇ ਉਹਨੂੰ ਵੀ। ਅੰਤ ਦੇ ਵਿੱਚ ਮਹਾਰਾਜ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਸਿਰਫ ਉਹਦੇ ਇੱਕ ਹੀ ਕੰਮ ਕਰਦੇ ਨੇ, ਗੁਰੂ ਦੀ ਸੰਗਤ ਵਿੱਚ ਆਉਂਦੇ ਨੇ, ਗੁਰੂ ਦੀ ਬਾਣੀ ਪੜ੍ਹਦੇ ਨੇ, ਦੂਜੀ ਗੱਲ ਹੀ ਨਹੀਂ ਕਿਸੇ ਨਾਲ। ਕੌਣ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਇਹ ਸਾਡਾ ਕੰਮ ਥੋੜੀ ਨਾ ਹੈ, ਰੱਬ ਦਾ ਕੰਮ ਹੈ। ਕੋਈ ਚੰਗਾ ਕੰਮ ਕਰ ਰਿਹਾ, ਕੋਈ ਮਾੜਾ ਕਰ ਰਿਹਾ, ਬਾਣੀ ਕਹਿੰਦੀ ਤੁਹਾਨੂੰ ਵਿਚਾਰਨ ਦੀ ਲੋੜ ਨਹੀਂ, ਰੱਬ ਵਿਚਾਰਦਾ ਪਿਆ ਹੈ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਤੁਹਾਨੂੰ ਵਾਚਣ ਦੀ ਲੋੜ ਨਹੀਂ ਹੈ। ਪਰਮਾਤਮਾ ਨੇ ਧਰਮ ਬਿਠਾਇਆ, ਨਿਯਮ ਹੈਗੇ ਨੇ ਉਹਦੇ, ਉਹ ਵਾਚ ਰਹੇ ਨੇ ਕਿਹੜਾ ਚੰਗਾ ਕਿਹੜਾ ਮਾੜਾ, ਉਹ ਆਪਣੇ ਆਪ ਕਰ ਦਿੰਦਾ ਨਿਸਤਾਰਾ। ਅੰਤ ਦੇ ਵਿੱਚ ਮਹਾਰਾਜ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਉਹਦਾ ਧਿਆਨ ਹਮੇਸ਼ਾ ਬ੍ਰਹਮ ਵਿੱਚ ਰਹਿੰਦਾ ਹੈ। ਸਾਧ ਸੰਗਤ, ਕੱਲ ਨੂੰ ਆਪਾਂ ਨਾ ਵੈਸੇ ਧਿਆਨ ਦੇ ਉੱਤੇ ਗੱਲ ਕਰਾਂਗੇ, ਧਿਆਨ ਹੁੰਦਾ ਕੀ ਹੈ, ਕਿਉਂਕਿ ਐਵੇਂ ਸਮਝ ਨਹੀਂ ਆਏਗਾ, ਕਿਉਂਕਿ ਇੰਨੇ ਸਮਾਂ ਹੋ ਗਿਆ। ਕੱਲ ਨੂੰ ਆਪਾਂ ਵਿਚਾਰ ਹੀ ਇਹ ਕਰਾਂਗੇ ਧਿਆਨ ਅਸਲ ਦੇ ਵਿੱਚ ਹੈ ਕੀ ਹੈ, ਕਿਉਂਕਿ ਧਿਆਨ ਦੇ ਉੱਤੇ ਸਮਝਣਾ ਬਹੁਤ ਜ਼ਰੂਰੀ ਹੈ। ਧਿਆਨ ਤੋਂ ਬਿਨਾਂ ਗਿਆਨ ਨਹੀਂ ਹੈ। ਸੋ ਮਹਾਰਾਜ ਕਹਿੰਦੇ ਉਹਦਾ ਧਿਆਨ, ਉਹਦੀ ਸੁਰਤੀ ਹਮੇਸ਼ਾ ਬ੍ਰਹਮ ਦੇ ਵਿੱਚ ਜੁੜੀ ਰਹਿੰਦੀ ਹੈ, ਰੱਬ ਦੀਆਂ ਵਿਚਾਰਾਂ ਵਿੱਚ ਜੁੜੀ ਰਹਿੰਦੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ ਨੂੰ ਆਪਾਂ ਫਿਰ ਜਿਹੜੇ ਹੋਰ ਗੁਣ ਨੇ ਬ੍ਰਹਮ ਗਿਆਨੀ ਦੇ ਵਿੱਚ, ਰੱਬ ਦੇ ਨਾਲ ਜੁੜੇ ਮਨੁੱਖ ਦੇ ਵਿੱਚ ਜਿਹੜੇ ਹੋਰ ਗੁਣ ਨੇ, ਉਹਨਾਂ ਗੁਣਾਂ ਤੇ ਕੱਲ ਨੂੰ ਵਿਚਾਰ ਕਰਾਂਗੇ। ਕਿਉਂਕਿ ਜਦੋਂ ਗੁਣ ਪਤਾ ਲੱਗ ਜਾਂਦੇ ਨੇ, ਅਸੀਂ ਦੁਨੀਆ ਵਿੱਚ ਗੁਣਾਂ ਤੋਂ ਹੀ ਹਿਸਾਬ ਲਗਾਉਂਦੇ ਹਾਂ ਮਨੁੱਖ ਕੈਸਾ ਹੈ। ਮੈਂ ਫਿਰ ਕਹਿੰਦਾ ਰਾਮ ਜੀ ਤੇ ਰਾਵਣ ਨੂੰ ਅਸੀਂ ਨਹੀਂ ਵੇਖਿਆ, ਉਹਨਾਂ ਦੇ ਗੁਣ ਤੇ ਅਵਗੁਣ ਅਸੀਂ ਪੜ੍ਹੇ ਨੇ, ਆਪਾਂ ਕਿਹੜਾ ਵੇਖਿਆ ਉਹਨਾਂ ਨੂੰ। ਔਰੰਗਜ਼ੇਬ ਨੂੰ ਅਸੀਂ ਨਹੀਂ ਵੇਖਿਆ, ਔਰੰਗਜ਼ੇਬ ਦੇ ਅਵਗੁਣ ਵੇਖ ਕੇ ਹਿਸਾਬ ਲਗਾ ਰਹੇ ਹਾਂ ਮਾੜਾ ਸੀ। ਇਸ ਕਰਕੇ ਸਾਨੂੰ ਦੁਨੀਆ 'ਚ ਕਈ ਵਾਰੀ ਨਹੀਂ ਵੇਖਣਗੇ, ਅਸੀਂ ਉਹਨਾਂ ਦੇ ਗੁਣ ਤੇ ਅਵਗੁਣ ਵੇਖ ਕੇ ਹਿਸਾਬ ਲਗਾਉਂਦੇ ਹਾਂ। ਕੱਲ ਨੂੰ ਬ੍ਰਹਮ ਗਿਆਨੀ ਦੇ ਜਿਹੜੇ ਹੋਰ ਗੁਣ ਨੇ ਉਹਨਾਂ ਤੇ ਵਿਚਾਰ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ, ਭੁੱਲ ਚੁੱਕ ਦੇ ਲਈ ਖਿਮਾ ਕਰਨੀ ਜੀ। ਗੁਰੂ ਜੀ ਕਿਰਪਾ ਕਰਨ, ਆਪ ਸਭ ਨੂੰ ਦੇ ਅਰੋਗਤਾ ਨਾਮ ਦੀ ਦਾਤ ਬਖਸ਼ਣ। ਆਪ ਜੀ ਇਸੇ ਤਰੀਕੇ ਨਾਲ ਉਦਮ ਉਪਰਾਲੇ ਕਰਕੇ ਗੁਰੂ ਦੀ ਸੰਗਤ ਵਿੱਚ ਆਉਂਦੇ ਰਹੋ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।